ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸਵਾਤੀ ਵਿਰਕ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਆਸਟ੍ਰੇਲੀਆ ਤੇ ਲੈ ਕੇ ਆਏ ਹਾਂ ਤੁਹਾਡੇ ਸਾਹਮਣੇ ਪ੍ਰੋਗਰਾਮ ਐਜੂਕੇਸ਼ਨ ਫॉर ਯੂ। ਐਜੂਕੇਸ਼ਨ ਪ੍ਰੋਗਰਾਮ ਫॉर ਯੂ ਤੇ ਅਸੀਂ ਗੱਲਬਾਤ ਕਰਾਂਗੇ ਕਿ ਕਿਵੇਂ ਤੁਸੀਂ ਆਪਣਾ ਕੋਰਸ ਜਿਹੜਾ ਚੇਂਜ ਕਰ ਸਕਦੇ ਹੋ ਤੇ ਕਿਵੇਂ ਐਮਰਜੈਂਸੀ ਫੰਡ ਨੇ ਜਿਹੜੇ ਰਿਲੀਫ ਫੰਡ ਤੁਸੀਂ ਉਹਨੂੰ ਕਲੇਮ ਕਰ ਸਕਦੇ ਹੋ। ਪਰ ਇਸ ਤੋਂ ਪਹਿਲਾਂ ਜਿਵੇਂ ਕਿ ਅਸੀਂ ਤੁਹਾਨੂੰ ਕਹਿੰਦੇ ਆ ਕਿ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੀ ਆਡੀਅנס ਜਿਹਨਾਂ ਦਾ ਕੋਈ ਵੀ ਕੁਐਸਚਨ ਹੈ ਰਿਲੇਟਡ ਸਾਡੇ ਟੌਪਿਕਸ ਦੇ ਨਾਲ ਤੇ ਪਲੀਜ਼ ਸਾਨੂੰ ਕਮੈਂਟਸ ਜ਼ਰੂਰ ਕਰਨ ਤੇ ਇਸ ਦੇ ਨਾਲ ਹੀ ਸਾਡੇ ਬਾਂਸਲ ਇਮੀਗ੍ਰੇਸ਼ਨ ਤੋਂ ਅਰੁਣ ਬਾਂਸਲ ਜੀ ਜੋ ਕਿ ਕਾਫੀ ਲੰਬੇ ਸਮੇਂ ਤੋਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜਿਹੜੀਆਂ ਸਟੂਡੈਂਟ ਸੇਵਾਵਾਂ ਨੇ ਤੁਹਾਡੇ ਤੱਕ ਜਿਹੜੇ ਨੇ ਲੈ ਕੇ ਉਪਲਬਧ ਕਰਵਾ ਰਹੇ ਨੇ ਤੇ ਪਲੀਜ਼ ਉਹਨਾਂ ਨੂੰ ਜੇ ਤੁਸੀਂ ਕੰਟੈਕਟ ਕਰਨਾ ਹੈ ਤੇ ਨੰਬਰ ਹੈ ਜੀ 0396021330 ਤੇ ਜੇ ਤੁਸੀਂ ਉਹਨਾਂ ਨੂੰ ਮਿਲਣਾ ਚਾਹੁੰਦੇ ਹੋ ਤੇ ਐਡਰੈਸ ਹੈ ਜੀ 701/343 ਲਿਟਲ ਕਾਲਿੰਗ ਸਟਰੀਟ ਮੈਲਬਨ ਵਿਕਟੋਰੀਆ 3000। ਸੋ ਆਓ ਫਿਰ ਦੇਰ ਨਾ ਕਰਦੇ ਹੋਏ ਗੱਲਬਾਤ ਕਰਦੇ ਹਾਂ ਸਾਡੇ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਵੀ ਕਰਦੇ ਹਾਂ ਤੇ ਆਪਣੇ ਗੈਸਟ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਅਜੇ ਜੀ। ਸਤਿ ਸ਼੍ਰੀ ਅਕਾਲ ਜੀ ਤੇ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਐਜੂਕੇਸ਼ਨ ਫॉर ਯੂ ਤੇ ਜੀ। ਧੰਨਵਾਦ ਜੀ। ਤੇ ਜਿਵੇਂ ਕਿ ਅੱਜ ਦਾ ਟੌਪਿਕ ਹੈ ਕਿ ਕਿਵੇਂ ਅਸੀਂ ਜਿਹੜਾ ਕੋਰਸ ਹੈ ਉਹ ਚੇਂਜ ਕਰ ਸਕਦੇ ਹਾਂ ਤੇ ਅਸੀਂ ਇਸ ਰਿਲੇਟਡ ਗੱਲ ਕਰਾਂਗੇ। ਪਰ ਇਸ ਤੋਂ ਪਹਿਲਾਂ ਸਾਡੀ ਆਡੀਅנס ਦੇ ਲਈ ਜੀ ਕਿ ਜਿਵੇਂ ਤੁਹਾਨੂੰ ਪਤਾ ਹੈ ਕਿ ਐਜ਼ ਅ ਸਟੂਡੈਂਟ ਬਹੁਤ ਹੀ ਜ਼ਿਆਦਾ ਜਿਹੜਾ ਕੋਰਸ ਚੇਂਜ ਕਰਨਾ ਬਹੁਤ ਹੀ ਕਹਿ ਸਕਦੇ ਹਾਂ ਕਿ ਕੰਪਲਿਕੇਟਿਡ ਤੇ ਓਵਰਵੈਲਮਿੰਗ ਜਿਹੜਾ ਪ੍ਰੋਸੈਸ ਹੁੰਦਾ ਹੈ। ਪਰ ਜੇ ਅਸੀਂ ਫਾਈਲ ਕਿਸੇ ਸਹੀ ਹੱਥਾਂ ਵਿੱਚ ਦਈਏ ਤੇ ਇਹ ਜਿਹੜਾ ਪ੍ਰੋਸੈਸ ਹੈ ਕਾਫੀ ਈਜ਼ੀ ਹੋ ਜਾਂਦਾ ਹੈ। ਕਿਉਂ ਅਜੇ ਜੀ ਅਰੁਣ ਜੀ ਸੌਰੀ ਤੇ ਅਸੀਂ ਗੱਲਬਾਤ ਕਰਦੇ ਹਾਂ ਅੱਜ ਆਪਣੇ ਐਕਸਪਰਟ ਨਾਲ ਇਸੇ ਰਿਲੇਟਡ ਤੇ ਜੀ ਅਰੁਣ ਜੀ ਇਹ ਬੜਾ ਚੰਗਾ ਟੌਪਿਕ ਹੈ ਕਿਉਂਕਿ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਮੋਸਟ ਸਟੂਡੈਂਟ ਕੀ ਚੀਜ਼ ਫੇਸ ਕਰਦੇ ਨੇ ਕਿ ਉਹ ਆਪਣਾ ਆਸਟ੍ਰੇਲੀਆ ਜਦੋਂ ਪਹੁੰਚਦੇ ਨੇ ਕਿ ਉਹ ਕਿਹੜਾ ਕੋਰਸ ਉਹ ਜਿਹੜਾ ਇੰਡੀਆ ਤੋਂ ਲੈ ਕੇ ਆਏ ਨੇ ਉਹ ਸਹੀ ਹੈ ਕਿ ਨਹੀਂ ਹੈਗੀ। ਬਿਲਕੁਲ ਜੀ। ਉਸ ਕੋਰਸ ਦਾ ਉਹਨਾਂ ਨੂੰ ਅੱਗੇ ਫਿਊਚਰ 'ਚ ਕੀ ਫਾਇਦਾ ਹੋਏਗਾ ਜੀ। ਜੇ ਉਹ ਕੋਰਸ ਸਹੀ ਨਹੀਂ ਹੈਗਾ ਤਾਂ ਉਹ ਕਿਵੇਂ ਚੇਂਜ ਕਰ ਸਕਦੇ ਨੇ ਤਾਂ ਕਿ ਉਹਨਾਂ ਦੀ ਜਿਹੜੀ ਵੀਜ਼ਾ ਕੰਡੀਸ਼ਨ ਆ ਉਹ ਬ੍ਰੀਚ ਨਾ ਹੋਵੇ। ਜੀ ਬਿਲਕੁਲ। ਇਸ ਦੇ ਰਿਗਾਰਡਿੰਗ ਇਸ ਮੋਸਟਲੀ ਸਟੂਡੈਂਟਸ ਨੂੰ ਇਸ ਪ੍ਰੋਸੀਜਰ ਹੀ ਨਹੀਂ ਪਤਾ ਹੁੰਦਾ ਕਿ ਉਹ ਕਿਵੇਂ ਇਹ ਪ੍ਰੋਸੀਜਰ ਫੋਲੋ ਕਰਕੇ ਆਪਣਾ ਵੀਜ਼ਾ ਕੰਡੀਸ਼ਨ ਤੋਂ ਬ੍ਰੀਚ ਹੋਣ ਤੋਂ ਬਚਾ ਸਕਦੇ ਨੇ। ਜੀ ਬਿਲਕੁਲ। ਤਾਂ ਸਭ ਤੋਂ ਮੈਂ ਪਹਿਲਾਂ ਗੱਲ ਇਹ ਗੱਲ ਕਹੂੰਗਾ ਇਹ ਇੱਕ AQF ਲੈਵਲ ਆ ਜੀ ਆਸਟ੍ਰੇਲੀਅਨ ਕੁਆਲੀਫਿਕੇਸ਼ਨ ਫਰੇਮਵਰਕ। ਜੀ ਜੀ। ਹਰੇਕ ਸਟੂਡੈਂਟ ਨੂੰ ਪਤਾ ਹੋਣਾ ਚਾਹੀਦਾ ਕਿ ਉਸਦਾ AQF ਲੈਵਲ ਕੀ ਆ ਕਿਉਂਕਿ ਆਸਟ੍ਰੇਲੀਆ ਨੇ ਪੂਰੀ ਸਟੱਡੀ ਨੂੰ ਇੱਕ 10 ਭਾਗਾਂ ਦੇ ਵਿੱਚ ਵੰਡਿਆ ਹੋਇਆ ਹੈ ਲੈਵਲ 1 ਤੋਂ ਲੈ ਕੇ ਲੈਵਲ 10 ਤੱਕ। ਜੀ। ਸਭ ਤੋਂ ਲੈਵਲ 1 ਸਭ ਤੋਂ ਛੋਟੀ ਸਟੱਡੀ ਸਰਟੀਫਿਕੇਟ 1 ਜੀ। ਫਿਰ ਲੈਵਲ 2 ਆ ਗਈ ਜੀ ਸਰਟੀਫਿਕੇਟ 2 ਆ ਗਿਆ। ਫਿਰ ਸਰਟੀਫਿਕੇਟ 3 4 ਡਿਪਲੋਮਾ ਐਡਵਾਂਸ ਡਿਪਲੋਮਾ ਬੈਚਲਰ ਮਾਸਟਰਸ ਤੇ ਡਾਕਟਰੇਟ। ਹੁਣ ਜਿਹੜਾ ਬੱਚਾ ਇਹਦੇ ਵਿੱਚ ਹੁੰਦਾ ਕੀ ਆ ਜਿਹੜਾ ਬੱਚਾ ਮਾਸਟਰ ਦੇ ਵਿੱਚ ਆਇਆ ਉਰੇ ਮਾਸਟਰ ਸਟੱਡੀ ਕੋਈ ਵੀ ਕਰਨ ਵਾਸਤੇ ਆਸਟ੍ਰੇਲੀਆ ਵਿੱਚ ਆਇਆ ਜੀ ਉਸ ਦਾ AQF ਲੈਵਲ 9 ਆ ਜੀ। ਜੇ ਉਹ ਆਪਣੇ ਮਾਸਟਰ ਸਟੱਡੀ ਨੂੰ ਛੱਡ ਕੇ ਜੇ ਉਹ ਡਾਊਨਗ੍ਰੇਡ ਕਰਦਾ ਸਪੋਜ਼ ਉਸਨੇ ਕਿਹਾ ਕਿ ਮੈਨੇ ਕੋਈ ਟ੍ਰੇਡ ਕੋਰਸ ਕਰਨਾ ਜਾਂ ਕੋਈ ਡਿਪਲੋਮਾ ਲੈਵਲ ਦਾ ਕੋਈ ਕੋਰਸ ਕਰਨਾ ਜੀ ਉਹਦੇ ਵਿੱਚ ਉਸਦੀ CO ਲੈ ਲਈ ਬੱਚੇ ਨੇ ਤੇ ਆਪਣਾ ਮਾਸਟਰ ਵਾਲਾ ਕੋਰਸ ਛੱਡਤਾ ਤਾਂ ਉਸਨੇ ਵੀਜ਼ਾ ਕੰਡੀਸ਼ਨ ਬ੍ਰੀਚ ਕਰਤੀ ਕਿਉਂਕਿ ਉਹਦਾ AQF ਲੈਵਲ ਡਾਊਨਗ੍ਰੇਡ ਹੋ ਗਿਆ। AQF ਲੈਵਲ 9 ਸੀਗਾ 9 ਤੋਂ 5 ਦੇ ਵਿੱਚ ਚਲਾ ਗਿਆ ਜਾਂ 4 ਚਲਾ ਗਿਆ। ਤਾਂ ਸੈਕਿੰਡ ਥਿੰਗ ਜੇ ਬੱਚਾ ਕੋਈ ਬੈਚਲਰ ਦੇ ਵਿੱਚ ਆਇਆ ਉਸਦੀ ਹੈਗਾ ਲੈਵਲ 7 ਜੀ ਬੈਚਲਰ ਦੇ ਵਿੱਚ ਲੈਵਲ ਜੇ ਬੈਚਲਰ ਓਨਰਸ ਆ ਤਾਂ ਲੈਵਲ 8 ਆ ਉਸਦਾ। ਜੇ ਉਹ ਸਟੱਡੀ ਕਰਨ ਦੇ ਵਿੱਚ ਆਇਆ ਜੇ ਉਸ ਨੂੰ ਛੱਡ ਕੇ ਡਿਪਲੋਮੇ ਵਿੱਚ ਗਿਆ ਤਾਂ ਵੀ ਉਸਦੀ ਵੀਜ਼ਾ ਕੰਡੀਸ਼ਨ ਬ੍ਰੀਚ ਹੋ ਗਈ ਜੀ। ਜਦੋਂ ਸਟੂਡੈਂਟ ਜਿਸ ਵੀਜ਼ੇ ਜੇ ਉਹ ਸਟੂਡੈਂਟ ਨੂੰ ਆਪਣੀ ਮਾਸਟਰ ਦੇ ਉੱਤੇ ਜਾਂ ਬੈਚਲਰ ਉੱਤੇ ਵੀਜ਼ਾ ਮਿਲਿਆ ਜੀ ਤਾਂ ਉਸ ਵੀਜ਼ੇ ਦੇ ਦੌਰਾਨ ਉਸਨੇ ਆਪਣੀ ਸਟੱਡੀ ਡਾਊਨਗ੍ਰੇਡ ਨਹੀਂ ਕਰਨੀ ਜੀ। ਇਸ ਦੇ ਵਿੱਚ ਇੱਕ ਚੀਜ਼ ਹੋਰ ਐਡੀਸ਼ਨ ਕਰਨ ਵਾਲੀ ਗੱਲ ਇਹ ਆ ਜਦੋਂ ਸਪੋਜ਼ ਹੁਣ ਕਈ ਸਟੂਡੈਂਟ ਮੈਨੂੰ ਕਹਿੰਦੇ ਨੇ ਕਿ ਸਰ ਫਿਰ ਤਾਂ ਜੇ ਮੈਂ ਮਾਸਟਰ ਮੈਨੇ ਇੰਡੀਆ ਤੋਂ ਕਰੀ ਆ ਜੀ ਜੇ ਮੈਂ ਉਰੇ ਆ ਕੇ ਡਿਪਲੋਮੇ ਵਿੱਚ ਗਿਆ ਫਿਰ ਤਾਂ ਮੇਰੀ ਸਟੱਡੀ ਡਾਊਨਗ੍ਰੇਡ ਹੋ ਗਈ ਜੀ। ਪਰ ਉਸਦਾ ਹੈ ਕਿ ਜਿਹੜੇ ਸਟੱਡੀ ਕਰਨ ਵਾਸਤੇ ਬੱਚਾ ਉਰੇ ਆਇਆ ਸਪੋਜ਼ ਜੇ ਬੱਚੇ ਨੇ ਮਾਸਟਰ ਇੰਡੀਆ ਤੋਂ ਕਰੀ ਸੀ ਉਰੇ ਆ ਕੇ ਟੂਰਿਸਟ ਜਾਂ ਵਿਜ਼ਟਰ ਵੀਜ਼ੇ ਤੇ ਆਇਆ ਜਾਂ ਉਹਦਾ ਡਿਪਲੋਮੇ ਵਿੱਚ ਵੀਜ਼ਾ ਆ ਗਿਆ ਜੀ ਤਾਂ ਉਹ ਡਾਊਨਗ੍ਰੇਡ ਨਹੀਂ ਹੋਈ ਸਟੱਡੀ ਜੀ ਉਸ ਨੂੰ ਵੀਜ਼ਾ ਉਹ ਡਿਪਲੋਮੇ ਬੇਸ ਤੇ ਮਿਲਿਆ ਓਕੇ ਜੀ। ਤਾਂ ਇਹ ਚੀਜ਼ AQF ਲੈਵਲ ਧਿਆਨ ਰੱਖਣ ਵਾਲੀ ਗੱਲ ਹੈ ਕਿ ਤੁਹਾਨੂੰ AQF ਲੈਵਲ ਤੁਹਾਨੂੰ ਪਤਾ ਹੋਣਾ ਚਾਹੀਦਾ ਜੀ ਜੀ ਤਾਂ ਕਿ ਜੇ ਤੁਸੀਂ ਆਪਣੇ ਏਜੰਟ ਕੋਲ ਜਾਂਦੇ ਹੋ ਜੀ ਤਾਂ ਤੁਹਾਨੂੰ ਪਤਾ ਹੋਵੇ ਕਿ ਤੁਹਾਡਾ AQF ਲੈਵਲ ਕੀ ਆ ਕਿ ਤੁਸੀਂ ਕਿਸ ਸਟੱਡੀ ਦੇ ਵਿੱਚ ਆਏ ਹੋ ਤਾਂ ਕਿ ਤੁਹਾਨੂੰ ਜੇ ਏਜੰਟ ਐਡਵਾਈਸ ਕਰਦਾ ਤਾਂ ਤੁਹਾਨੂੰ ਕੁਝ ਐਜੂਕੇਟ ਹੋ ਤੁਸੀਂ ਵੀ ਕਿ ਹਾਂ ਸਾਡਾ AQF ਲੈਵਲ ਇਹ ਆ ਤੇ ਅਸੀਂ ਡਾਊਨਗ੍ਰੇਡ ਕਿਵੇਂ ਹੋ ਰਿਹਾ
ਤੇ ਉਸ ਨੂੰ ਵੀਜ਼ਾ ਕੰਡੀਸ਼ਨ ਸਾਡੇ ਬ੍ਰੀਚ ਨਾ ਹੁੰਦੇ ਹੋਏ ਕਿਵੇਂ ਬਚਾਇਆ ਜਾ ਸਕਦਾ, ਜੀ, ਜੀ। ਇਹ ਚੀਜ਼ ਧਿਆਨ ਰੱਖਣ ਵਾਲੀ ਗੱਲ ਹੈ। ਜੀ ਬਿਲਕੁਲ ਜੀ, ਜਿਵੇਂ ਅਰੁਣ ਜੀ ਨੇ ਤੁਹਾਨੂੰ ਦੱਸਿਆ ਕਿ ਤੁਸੀਂ ਕੋਈ ਵੀ ਕੋਰਸ ਚੇਂਜ ਕਰਦੇ ਹੋ ਪਰ ਤੁਹਾਨੂੰ ਲੈਵਲਸ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਤੁਸੀਂ ਆਪਣੀ ਵੀਜ਼ਾ ਕੰਡੀਸ਼ਨ ਬ੍ਰੀਚ ਕਰ ਸਕਦੇ ਹੋ। ਤੇ ਇਹਦੇ ਲਈ ਤੁਸੀਂ ਆਪਣੇ ਐਕਸਪਰਟਸ, ਕੋਈ ਵੀ ਤੁਹਾਨੂੰ ਲੱਗਦਾ ਹੈ ਕਿ ਐਕਸਪਰਟ, ਪਰ ਮੇਰੀ ਸਲਾਹ ਇਹ ਹੈ ਕਿ ਆਸਟ੍ਰੇਲੀਆ ਦੇ ਸਾਰੇ ਜੋ ਸਾਡਾ ਪ੍ਰੋਗਰਾਮ ਦੇਖ ਰਹੇ ਨੇ, ਕਿਉਂਕਿ ਬਾਂਸਲ ਇਮੀਗ੍ਰੇਸ਼ਨ ਹਰ ਵਾਰ ਕੋਈ ਨਾ ਕੋਈ ਵੱਖਰੀ ਅਪਡੇਟ ਤੁਹਾਡੇ ਤੱਕ ਲੈ ਕੇ ਆਉਂਦੇ ਨੇ ਤਾਂ ਕਿ ਤੁਹਾਨੂੰ ਹਰ ਤਰ੍ਹਾਂ ਦੀ ਜਾਣਕਾਰੀ ਪ੍ਰੋਵਾਈਡ ਕੀਤੀ ਜਾ ਸਕੇ। ਸੋ ਪਲੀਜ਼, ਜੇ ਤੁਹਾਨੂੰ ਲੱਗਦਾ ਹੈ ਕਿ ਜਿਹੜੀ ਇਨਫੋਰਮੇਸ਼ਨ ਹੈ ਉਹ ਹਰ ਟਾਈਮ ਮੇਰੇ ਅਕੋਰਡਿੰਗ ਤੇ ਹਮੇਸ਼ਾ ਰੈਲੇਵੈਂਟ ਇਨਫੋਰਮੇਸ਼ਨ ਜਿਹੜੀ ਹੈ ਤੁਹਾਡੇ ਤੱਕ ਪਹੁੰਚਾਉਂਦੇ ਨੇ, ਸੋ ਸਾਡਾ ਵੀ ਫਰਜ਼ ਬਣਦਾ ਹੈ ਕਿਤੇ ਨਾ ਕਿਤੇ ਕਿ ਜੇ ਸਾਨੂੰ ਇਨਫੋਰਮੇਸ਼ਨ ਸਹੀ ਤਰੀਕੇ ਨਾਲ ਮਿਲ ਰਹੀ ਹੈ ਤੇ ਅਸੀਂ ਵੀ ਉਹਨਾਂ ਕੋਲ ਜਾ ਕੇ, ਐਕਸਪਰਟਸ ਜਾਂ ਐਡਵਾਈਜ਼ਰ ਕੋਲ ਜਾ ਕੇ ਆਪਣੇ ਜਿਹੜਾ ਕੋਰਸ ਹੈ ਉਹਦੇ ਤੇ ਉਹਨੂੰ ਵੀ ਬੈਨੀਫੀਸ਼ੀਅਲ ਤਰੀਕੇ ਨਾਲ, ਤਾਂ ਕਿ ਜੋ ਫਿਊਚਰ ਦੇ ਵਿੱਚ PR ਦੇ ਰਿਲੇਟਡ ਵੀ ਸਾਨੂੰ ਜਿਹੜਾ ਹੈ ਕਾਫੀ ਹੈਲਪ ਮਿਲ ਸਕੇ ਕੋਰਸ ਦੇ ਰਿਲੇਟਡ, ਕਿ ਅਸੀਂ ਕਿਹੜਾ ਕੋਰਸ ਜਿਹੜਾ ਚੂਜ਼ ਕਰ ਸਕੀਏ। ਜੀ ਅਰੁਣ ਜੀ, ਇਸ ਦੇ ਨਾਲ ਹੀ ਮੈਂ ਪੁੱਛਣਾ ਚਾਹੁੰਦੀ ਹਾਂ ਕਿ ਜਿਹੜਾ ਐਜੂਕੇਸ਼ਨ ਲੈਵਲ ਹੈ, ਜਿੱਦਾਂ ਤੁਸੀਂ ਦੱਸਿਆ ਕਿ ਲੈਵਲ ਦੀਆਂ ਸਟੇजेस ਦੱਸੀਆਂ ਕਿ ਇੱਥੋਂ ਤੱਕ 1 ਤੋਂ ਲੈ ਕੇ ਵੀ 10 ਤੱਕ ਹੁੰਦੀਆਂ ਨੇ, ਤੇ ਇਸ ਦੇ ਇਲਾਵਾ ਜਿੱਦਾਂ ਫੋਰ ਐਗਜ਼ਾਮਪਲ ਕਿ ਸਟੂਡੈਂਟ ਨੇ ਜਿਹੜਾ ਬੈਚਲਰ ਪ੍ਰੋਗਰਾਮ ਤੋਂ ਉਹ ਵੋਕੇਸ਼ਨਲ ਪ੍ਰੋਗਰਾਮ ਤੱਕ ਕਿਵੇਂ ਜਾ ਸਕਦੇ ਨੇ, ਉਹ ਲੈ ਸਕਦੇ ਨੇ, ਚੂਜ਼ ਕਰ ਸਕਦੇ ਨੇ ਬੈਚਲਰ ਟੂ ਵੋਕੇਸ਼ਨਲ ਜੀ। ਹੁਣ ਇਸ ਦੇ ਵਿੱਚ ਸਪੋਜ਼ ਇੱਕ ਸਟੂਡੈਂਟ ਆਸਟ੍ਰੇਲੀਆ ਵਿੱਚ ਬੈਚਲਰ ਸਟੱਡੀ ਕਰਨ ਵਾਸਤੇ ਆਇਆ ਜੀ, ਇਰਰਿਸਪੈਕਟਿਵ ਆ ਕਿ ਉਹ ਆਪਣੀ ਅਕਾਊਂਟਿੰਗ ਕਰ ਰਿਹਾ ਜਾਂ ਬਿਜ਼ਨਸ ਕਰ ਰਿਹਾ, ਐਨੀ ਬੈਚਲਰ ਜੀ, ਤੇ ਉਹ ਕਹਿੰਦਾ ਕਿ ਸਰ ਮੈਨੇ ਡਿਪਲੋਮਾ ਕੋਰਸ ਕਰਨਾ ਜਾਂ ਕੋਈ ਟ੍ਰੇਡ ਕੋਰਸ ਕਰਨਾ। ਜੀ। ਹੁਣ ਐਸ ਪਰ AQF ਲੈਵਲ, ਬੈਚਲਰ AQF ਲੈਵਲ 7 ਦੇ ਵਿੱਚ ਆਉਂਦੀ ਹੈ ਜੀ। ਜੇ ਉਹ ਡਿਪਲੋਮਾ ਕਰੇਗਾ ਤਾਂ ਉਹ ਲੈਵਲ 5 ਬਣ ਜਾਏਗਾ ਜੀ। ਤਾਂ ਇਟ ਮੀਨਸ ਬੱਚਾ ਲੈਵਲ 7 ਤੋਂ ਲੈਵਲ 5 ਦੇ ਵਿੱਚ ਡਾਊਨਗ੍ਰੇਡ ਹੋ ਗਿਆ। ਓਕੇ ਜੀ। ਤਾਂ ਉਸ ਟਾਈਮ ਜੇ ਬੱਚੇ ਨੇ ਆਪਣਾ ਬੈਚਲਰ ਛੱਡਤੀ, ਹੁਣ ਦੋ ਰਸਤੇ ਨੇ ਉਹਦੇ ਕੋਲੇ, ਜਾਂ ਤਾਂ ਜੇ ਬੱਚੇ ਨੇ ਮੈਂ ਕੋਈ ਕੋਰਸ ਕਰਨਾ ਚਾਹੁੰਦਾ ਜੀ ਕਿ ਵੀ ਮੇਰਾ ਕਿਸੇ ਪਾਰਟਿਕੂਲਰ ਸਬਜੈਕਟ ਇੰਟਰਸਟ ਹੈ, ਜੀ ਜੀ, ਤਾਂ ਉਹ ਨਾਲ ਸਟੱਡੀ ਕਰ ਸਕਦਾ, ਜਿਸ ਨੂੰ ਕੰਕਰੈਂਟ ਸਟੱਡੀ ਕਹਿੰਦੇ ਨੇ। ਓਕੇ ਜੀ। ਕਿ ਬੱਚਾ ਬੈਚਲਰ ਵੀ ਕਰੀ ਜਾਏਗਾ ਨਾਲ ਤੇ ਨਾਲ ਡਿਪਲੋਮਾ ਕੋਰਸ ਜਾਂ ਕੋਈ ਵੀ ਸਰਟੀਫਿਕੇਟ 3 4 ਕੋਈ ਵੀ ਕੋਰਸ ਕਰੀ ਜਾਵੇ। ਓਕੇ, ਲਾਈਕ ਅ ਪੈਰਲਲ ਸਟੱਡੀ। ਪੈਰਲਲ ਕੰਕਰੈਂਟ, ਯੈਸ। ਤਾਂ ਕਿ ਇਹ ਉਸਦੇ ਕੀ ਹੋਏਗਾ, ਉਹਦੀ COE ਮੇਨਟੇਨ ਰਹੇਗੀ ਲੈਵਲ 7 ਦੀ ਜਾਂ ਉਸ ਤੋਂ ਹਾਇਰ ਦੀ, ਤੇ ਨਾਲ ਟ੍ਰੇਡ ਕੋਰਸ ਉਹਦਾ ਜਾਂ ਕੋਈ ਵੀ ਡਿਪਲੋਮਾ ਕੋਰਸ ਪੂਰਾ ਹੋ ਜਾਏਗਾ ਜੀ, ਤਾਂ ਉਹਦੀ ਵੀਜ਼ਾ ਕੰਡੀਸ਼ਨ ਬ੍ਰੀਚ ਨਹੀਂ ਹੋਏਗੀ। ਓਕੇ ਜੀ। ਹੁਣ ਜੇ ਬੱਚਾ ਕਹਿੰਦਾ ਸਰ ਮੈਂ ਬੈਚਲਰ ਕੋਰਸ ਨਹੀਂ ਕਰ ਸਕਦਾ ਜਾਂ ਮੇਰਾ ਇੰਟਰਸਟ ਨਹੀਂ ਜਾਂ ਉਸਦੇ ਫਿਊਚਰ ਪਰਸਪੈਕਟਿਵ ਚੇਂਜ ਹੋ ਗਏ, ਜੀ ਜੀ, ਉਸਨੇ ਇੰਡੀਆ ਦੇ ਕਿਸੇ ਵੀ ਕੰਟਰੀ ਦੇ ਵਿੱਚ ਉਸ ਨੂੰ ਫਿਊਚਰ ਨਹੀਂ ਦਿਖ ਰਿਹਾ ਕਿ ਇਹ ਕੋਰਸ ਕਰਕੇ ਉਸ ਨੂੰ ਕੋਈ ਫਾਇਦਾ ਹੋਵੇ, ਜੀ, ਤਾਂ ਫਿਰ ਬੱਚਾ ਆਪਣਾ ਕੋਰਸ ਡਿਪਲੋਮੇ ਦੇ ਵਿੱਚ ਐਡਮਿਸ਼ਨ ਉਸਨੇ ਲੈ ਲਈ, ਤਾਂ ਉਸ ਨੂੰ ਕੀ ਕਰਨਾ ਪਊਗਾ, ਉਸ ਨੂੰ ਇਹ ਲੈਵਲ 7 ਦੀ ਜਾਂ 8 ਦੀ ਜਾਂ 9 ਜਾਂ 10 ਦੀ ਜੀ ਇੱਕ COE ਮੇਨਟੇਨ ਕਰਨੀ ਚਾਹੀਦੀ ਆ। ਓਕੇ ਜੀ। ਕਿਵੇਂ ਕਰ ਸਕਦੇ ਨੇ ਉਹ ਜੀ? ਇਹ ਉਸ ਨੂੰ ਫਿਊਚਰ ਸੀ ਕਹਿੰਦੇ ਨੇ ਜੀ। ਕਿ ਤੁਹਾਨੂੰ AQF ਲੈਵਲ 7 8 9 10 ਦੀ ਤੁਹਾਨੂੰ COE ਮੇਨਟੇਨ ਕਰਨੀ ਚਾਹੀਦੀ ਆ ਤਾਂ ਕਿ ਤੁਹਾਡਾ ਵੀਜ਼ਾ ਕੰਡੀਸ਼ਨ ਬ੍ਰੀਚ ਨਾ ਹੋਵੇ। ਜੀ। ਤਾਂ ਕਿ ਕਿਉਂਕਿ ਤੁਸੀਂ ਲੈਵਲ 7 ਦੇ ਉੱਤੇ ਤੁਹਾਨੂੰ ਵੀਜ਼ਾ ਮਿਲਿਆ ਸੀ ਤੇ ਉਸ ਚੀਜ਼ ਤੁਸੀਂ ਸੇਵ ਕਰ ਸਕਦੇ ਹੋ ਆਪਣੀ। ਜੀ। ਤੇ ਇਸ ਤੋਂ ਨਾਲ ਹੀ ਸੇਮ ਰਲਦਾ ਮਿਲਦਾ ਹੀ ਸਵਾਲ ਹੈ ਕਿ ਜਿਵੇਂ ਤੁਸੀਂ ਦੱਸਿਆ ਕਿ ਬੈਚਲਰ ਤੋਂ ਵੋਕੇਸ਼ਨਲ ਕੋਰਸਿਸ ਤੱਕ, ਤੇ ਦੂਸਰਾ ਕਿ ਡਿਪਲੋਮਾ ਤੋਂ ਡਿਗਰੀ ਦਾ ਕੀ ਪ੍ਰੋਸੈਸ ਆ? ਦੇਖੋ ਹੁਣ ਜਿਹੜੀ ਡਿਪਲੋਮਾ ਜਿਹੜਾ ਅਦਰ ਮੇਨ ਟੌਪਿਕ ਆ, ਇਹ ਇਸੇ ਚੀਜ਼ ਦੇ ਉੱਤੇ ਹੈ ਕਿ ਲੈਵਲਸ ਕਿਵੇਂ ਦੇਖਣੇ ਨੇ ਤੇ ਕਿਵੇਂ ਮੇਨਟੇਨ ਕਰਨੇ ਨੇ। ਜੀ ਜੀ। ਕਿਉਂਕਿ ਕਈ ਵਾਰੀ ਇਹ ਕੁਝ ਸਟੂਡੈਂਟਸ ਆਪਣੀ ਕਿਸੇ ਦੇ ਗੱਲਾਂ ਦੇ ਵਿੱਚ ਆ ਕੇ ਜਾਂ ਬਿਨਾਂ ਆਪਣੀ ਸੋਚ ਲਾਏ ਤੇ ਆਪਣੇ ਆਪ ਹੀ ਉਹ ਡਾਊਨਗ੍ਰੇਡ ਸਟੱਡੀ ਕਰ ਲੈਂਦੇ ਨੇ ਤੇ ਜਿਹਦਾ ਉਹਨਾਂ ਖਾਮਿਆਂ ਦਾ ਬਹੁਤ ਜ਼ਿਆਦਾ ਮਾੜਾ ਭੁਗਤਣਾ ਪੈਂਦਾ ਹੈ। ਜੀ ਜੀ। ਹੁਣ ਜਿਹੜੇ ਬੱਚੇ ਡਿਪਲੋਮੇ ਦੇ ਵਿੱਚ ਉਰੇ ਆਏ ਨੇ, ਉਹ ਇਹ ਲੈਵਲ 5 ਤੇ ਉਰੇ ਆਏ, ਤਾਂ ਉਹ ਲੈਵਲ 7 ਜਾਂ 6 ਤੇ ਵੀ ਜਾ ਸਕਦੇ ਨੇ, ਉਹਨਾਂ ਦਾ ਵੀਜ਼ਾ ਕੰਡੀਸ਼ਨ ਬ੍ਰੀਚ ਨਹੀਂ ਹੋਈ, ਕਿਉਂਕਿ ਹਾਇਰ ਦੇ ਵਿੱਚ ਆਪਾਂ ਜਾ ਸਕਦੇ ਹਾਂ। ਓਕੇ ਜੀ। ਆਪਾਂ ਡਾਊਨਗ੍ਰੇਡ ਨਹੀਂ ਕਰ ਸਕਦੇ। ਓਕੇ ਜੀ। ਤਾਂ ਜੇ ਡਿਪਲੋਮੇ ਵਾਲਾ ਬੱਚਾ ਬੈਚਲਰ ਕਰ ਲੇ ਤਾਂ ਹੀ ਸੇਫ, ਤਾਂ ਕੋਈ ਦਿੱਕਤ ਨਹੀਂ ਉਸ ਨੂੰ ਹੈਗੀ, ਤੇ ਕੋਈ ਵੀ ਜਿਹੜੀ ਕੰਡੀਸ਼ਨ ਆ ਉਹ ਬ੍ਰੀਚ ਨਹੀਂ ਕਰ ਰਿਹਾ। ਹਾਂ, ਬਿਕੋਜ਼ ਕਿਉਂਕਿ ਉਹ ਆਪਣੀ ਹਾਇਰ ਲੈਵਲ ਉਸ ਤੋਂ ਉੱਪਰਲੀ ਸਟੱਡੀ ਕਰ ਰਿਹਾ ਹੈ। ਜੀ ਜੀ। ਤੇ ਅਰੁਣ ਜੀ, ਇੱਕ ਹੋਰ ਸਵਾਲ ਕਿ ਤੁਹਾਨੂੰ ਲੱਗਦਾ ਹੈ ਕਿ ਜਿੱਦਾਂ ਤੁਸੀਂ ਦੱਸਿਆ ਕਿ ਪ੍ਰੋਗਰਾਮ ਟੂ ਜਿੱਦਾਂ ਡਿਗਰੀ, ਜਿਸ ਤਰ੍ਹਾਂ ਬੈਚਲਰ ਟੂ ਜਿੱਦਾਂ ਡਿਗਰੀ ਜਾਂ ਤੁਸੀਂ ਡਿਪਲੋਮਾ ਤੋਂ ਡਿਗਰੀ ਜਾਂਦੇ ਹੋ, ਤੇ ਉਹਨਾਂ ਨੂੰ ਜਿਹੜੀ ਰਿਲੀਜ਼ ਲੈਟਰ ਹੈ, ਕਈ ਵਾਰੀ ਕੀ ਹੁੰਦਾ ਹੈ ਕਿ ਜਿਵੇਂ ਇੱਕ ਸਟੂਡੈਂਟ ਹੈ, ਉਹਨੇ ਕੋਰਸ ਲਿੱਤਾ ਇੱਕ ਔਰ ਤੋਂ, ਜਿਸ ਤਰ੍ਹਾਂ ਤੁਸੀਂ ਹੁਣ ਐਕਸਪਲੇਨੇਸ਼ਨ ਹੀ ਐਕਸਪਲੇਨ ਹੀ ਕੀਤਾ ਸੀਗਾ ਕਿ ਜਿਵੇਂ ਉਹ ਡਿਫਿਕਲਟ ਉਹਨੂੰ ਲੱਗ ਰਿਹਾ ਕਿ ਜੋ ਉਹਨੇ ਕੋਰਸ ਲਿੱਤਾ ਹੈ ਉਹਦੇ ਵਾਸਤੇ ਬਹੁਤ ਡਿਫਿਕਲਟ ਹੈ, ਤਾਂ ਕਿਸੇ ਨਾ ਕਿਸੇ ਕੋਰਸ ਚੇਂਜ ਕਰਨ ਦੀ ਸੋਚ ਰਿਹਾ ਹੈ ਕਿ ਮੈਂ ਕੋਈ ਨਵਾਂ ਕੋਰਸ ਲੈ ਲਾਂ, ਪਰ ਉਹਦਾ ਕੀ ਪ੍ਰੋਸੈਸ ਹੈ? ਉਹਨੂੰ ਜਿਹੜੀ ਰਿਲੀਜ਼ ਲੈਟਰ ਸਭ ਤੋਂ ਪਹਿਲਾਂ ਲੈਣੀ ਪਏਗੀ ਕਾਲਜ ਤੋਂ, ਜਾਂ ਸਿੱਧਾ ਹੀ ਮਤਲਬ ਉਹ ਜਾ ਕੇ COE ਕਿਸੇ ਵੀ ਕਾਲਜ ਤੋਂ ਲੈ ਸਕਦਾ? ਇਸ ਦੇ ਰਿਗਾਰਡਿੰਗ ਹੁੰਦਾ ਕੀ ਆ, ਇਹ ਇੱਕ ਹੁੰਦਾ ਪ੍ਰਿੰਸੀਪਲ ਕੋਰਸਿਸ। ਜੀ। ਹੁਣ ਜਿਹੜਾ ਸਟੂਡੈਂਟ
ਇਹ ਆਪਣੀ ਹੋਮ ਕੰਟਰੀ ਤੋਂ ਆਸਟ੍ਰੇਲੀਆ ਦੇ ਵਿੱਚ ਡਿਪਲੋਮਾ ਅਤੇ ਡਿਗਰੀ ਕਰਨ ਵਾਸਤੇ ਆਸਟ੍ਰੇਲੀਆ ਵਿੱਚ ਆ ਗਿਆ ਜੀ ਤਾਂ ਉਸ ਦਾ ਜਿਹੜਾ ਪ੍ਰਿੰਸੀਪਲ ਕੋਰਸ ਆ ਉਹ ਡਿਪਲੋਮਾ ਨਹੀਂ ਬਣਿਆ, ਉਸ ਦਾ ਡਿਗਰੀ ਬਣੇਗਾ। ਜੀ ਸਪੋਜ਼ ਆਪਾਂ ਐਗਜ਼ਾਮਪਲ ਲੈਂਦੇ ਹਾਂ, ਬੱਚਾ ਇਹ ਮਾਰਚ ਦੇ ਵਿੱਚ ਆਸਟ੍ਰੇਲੀਆ ਪਹੁੰਚ ਗਿਆ, ਉਹਦਾ 1 ਸਾਲ ਦਾ ਡਿਪਲੋਮਾ, ਉਸ ਤੋਂ ਬਾਅਦ 'ਚ ਉਸਦੀ ਡਿਗਰੀ ਸਟਾਰਟ ਹੋਏਗੀ ਨੈਕਸਟ ਈਅਰ, ਓਕੇ ਜੀ ਇਹ ਮਾਰਚ ਅਪ੍ਰੈਲ ਦੇ ਵਿੱਚ। ਜੀ ਤਾਂ ਜਿਹੜੇ ਪ੍ਰਿੰਸੀਪਲ ਕੋਰਸ ਦੇ ਵਿੱਚ ਤੁਹਾਨੂੰ 6 ਮੰਥ ਲਗਾਉਣੇ ਚਾਹੀਦੇ ਨੇ ਜੀ ਤਾਂ ਕਿ ਤੁਸੀਂ ਕਿਸੇ ਉਸ ਤੋਂ ਬਾਅਦ ਹੀ ਤੁਸੀਂ ਕਿਸੇ ਹੋਰ ਪ੍ਰੋਵਾਈਡਰ ਕੋਲ ਬਿਨਾਂ ਰਿਲੀਜ਼ ਤੋਂ ਜਾ ਸਕਦੇ ਹੋ। ਜੀ ਹੁਣ ਕੀ ਹੁੰਦਾ ਇਸ ਕੇਸ ਦੇ ਵਿੱਚ, ਜਿਹੜੇ ਬੱਚੇ ਕਹਿੰਦੇ ਕਿ 6 ਮੰਥ ਸਰ ਡਿਪਲੋਮੇ ਵਾਲੇ ਇਸ ਸਾਲ ਦੇ ਮਾਰਚ ਤੋਂ ਕਾਊਂਟ ਹੋਣਗੇ ਕਿ ਨੈਕਸਟ ਈਅਰ ਤੋਂ ਕਾਊਂਟ ਹੋਣਗੇ, ਜੀ ਉਹਨਾਂ ਦਾ ਪ੍ਰਿੰਸੀਪਲ ਕੋਰਸ ਹੋਏਗਾ ਹਮੇਸ਼ਾ ਜਿਹੜਾ ਉਸ ਦੀ ਸਟੱਡੀ ਹਾਈ ਲੈਵਲ ਦੀ ਆ। ਓਕੇ ਜੀ ਹੁਣ ਡਿਪਲੋਮਾ ਲੈਵਲ 5, ਬੈਚਲਰ ਲੈਵਲ 7 ਜੀ ਜਾਂ ਐਡਵਾਂਸ ਡਿਪਲੋਮਾ ਲੈਵਲ 6 ਹੋਇਆ ਤਾਂ ਉਸ ਦੀ ਨੈਕਸਟ ਈਅਰ 6 ਮੰਥ ਤੋਂ ਬਾਅਦ ਉਸ ਨੂੰ ਰਿਲੀਜ਼ ਦੀ ਲੋੜ ਨਹੀਂ ਪਏਗੀ। ਓਕੇ ਜੀ ਜੇ ਹੁਣ ਬੱਚਾ ਮਾਰਚ ਵਾਲਾ ਬੱਚਾ ਹੁਣ ਕੋਰਸ ਚੇਂਜ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਰਿਲੀਜ਼ ਲੈਟਰ ਦੀ ਲੋੜ ਪਏਗੀ। ਓਕੇ ਜੀ ਉਸ ਨੂੰ ਆਪਣੇ ਕਾਲਜ ਜਾਂ ਯੂਨੀਵਰਸਿਟੀ ਵਿੱਚ ਆਪਣਾ ਰਿਲੀਜ਼ ਲੈਟਰ ਲਈ ਰਿਕੁਐਸਟ ਕਰਨੀ ਪਏਗੀ ਕਿ ਉਹ ਕਿਉਂ ਕੋਰਸ ਚੇਂਜ ਕਰ ਰਿਹਾ ਹੈ ਜਾਂ ਕਿਉਂ ਰਿਲੀਜ਼ ਚਾਹੀਦਾ ਹੈ, ਹਾਰਡਸ਼ਿਪ ਆ, ਉਸ ਨੂੰ ਕੋਈ ਮੈਡੀਕਲ ਪ੍ਰੋਬਲਮ ਆ ਜੀ। ਜਾਂ ਉਸ ਦਾ ਕਿਉਂ ਇਹ ਕੋਰਸ ਛੱਡ ਕੇ ਦੂਜਾ ਕੋਰਸ ਲੈਣਾ ਚਾਹ ਰਿਹਾ ਹੈ। ਮਤਲਬ ਕਿ ਉਹਨਾਂ ਨੂੰ ਸਟੇਟਮੈਂਟ ਆਫ ਪਰਪਸ ਜਿਹੜਾ ਉਹਨਾਂ ਤੱਕ ਯੂਨੀਅਨ ਨੂੰ ਦੇਣਾ ਪਏਗਾ। ਸਟੇਟਮੈਂਟ ਨਹੀਂ, ਉਸ ਨੂੰ ਇਹ ਆਪਾਂ ਕਹਾਂ ਕਿ ਰੀਜ਼ਨ ਦੇਣੇ ਪੈਣਗੇ ਉਸ ਨੂੰ ਜੀ ਓਕੇ ਜੀ ਕਿ ਉਸਨੇ ਕਿਹੜੇ ਰੀਜ਼ਨ ਕੰਪੈਲਿੰਗ ਸਰਕਮਸਟੈਂਸ ਦੇ ਵਿੱਚੋਂ ਕਿਉਂ ਕੋਰਸ ਚੇਂਜ ਕਰਨਾ ਚਾਹੁੰਦਾ ਹੈ। ਜੀ। ਕਿਉਂਕਿ ਜਦੋਂ ਆਪਣੀ ਹੋਮ ਕੰਟਰੀ ਆਸਟ੍ਰੇਲੀਆ ਪਹੁੰਚਿਆ ਸੀ ਤਾਂ ਉਸਨੇ ਇੱਕ ਐਸਓਪੀ ਜੀਟੀ ਲਿਖੀ ਸੀ ਜੀ ਤਾਂ ਹੁਣ ਉਸ ਨੂੰ ਮੈਂਸ਼ਨ ਕਰਨਾ ਪਊਗਾ। ਇਸ ਦਾ ਕੁਝ ਹੁੰਦੇ ਨੇ ਕਿ ਬੱਚਾ ਉਹ ਜੇ ਮੈਡੀਕਲ ਜਾਂ ਕਿਸੇ ਗਰਾਊਂਡ ਤੇ ਕਰ ਦਿੰਦਾ ਤਾਂ ਮੋਸਟਲੀ ਯੂਨੀਵਰਸਿਟੀ ਕਾਲਜ ਰਿਲੀਜ਼ ਦੇ ਦਿੰਦੀਆਂ ਨੇ। ਜੀ ਜੀ ਤੇ ਮਤਲਬ ਕਿ ਤੁਹਾਡੇ ਕਹਿਣ ਦਾ ਕਿ ਫੋਰ ਐਗਜ਼ਾਮਪਲ ਕਿ ਪ੍ਰਾਇਮਰੀ ਜਿਹੜਾ ਕੋਰਸ ਹੈ 6 ਮੰਥ ਤੱਕ ਉਹਨਾਂ ਨੂੰ ਕਰਨਾ ਚਾਹੀਦਾ, ਉਸ ਤੋਂ ਬਾਅਦ ਜਿਹੜੇ ਐਲੀਜੀਬਲ ਹੈ ਕੋਰਸ ਚੇਂਜ ਕਰ ਸਕਦੇ ਨੇ ਆਪਣਾ। ਬਿਲਕੁਲ ਇਹ 6 ਮੰਥ ਐਲੀਜੀਬਲ ਤਾਂ ਪਹਿਲਾਂ ਵੀ ਹੋ ਸਕਦੇ ਨੇ ਓਕੇ ਜੀ ਜੇ ਬੱਚੇ ਨੂੰ ਰਿਲੀਜ਼ ਮਿਲ ਜਾਂਦਾ, ਜੀ ਪਹਿਲਾਂ ਵੀ ਐਲੀਜੀਬਲ ਹੋ ਸਕਦੇ ਨੇ ਉਹ। ਜੀ ਕਿਉਂਕਿ ਸਪੋਜ਼ ਕਿਸੇ ਕਾਲਜ ਵਿੱਚ ਗਿਆ ਬੱਚਾ, ਜੀ ਉਸਨੇ ਯੂਨੀਵਰਸਿਟੀ ਕਾਲਜ ਬੰਦ ਹੋ ਗਿਆ ਸਪੋਜ਼ ਜੀ ਜਾਂ ਉਸਨੇ ਉਹ ਕੋਰਸ ਬੰਦ ਕਰਤਾ ਕਾਲਜ ਨੇ ਜੀ ਤੇ ਬੱਚੇ ਨੂੰ ਸਮਝਣ ਦੇ ਵਿੱਚ ਇਸ਼ੂ ਆ ਰਿਹਾ, ਪੜ੍ਹਨ ਦੇ ਵਿੱਚ ਇਸ਼ੂ ਆ ਰਿਹਾ ਜੀ ਤਾਂ ਕਾਫੀ ਇਜ਼ੇ ਕ੍ਰਾਈਟੇਰੀਆ ਹੈਗਾ ਕਿ ਜੀ। ਕਿਸ ਚੀਜ਼ ਦੇ ਵਿੱਚ ਬੱਚਾ ਰਿਲੀਜ਼ ਅਪਲਾਈ ਕਰ ਸਕਦਾ ਤੇ ਉਹ ਆਪਣੇ ਕੋਰਸ ਚੇਂਜ ਕਰ ਸਕਦਾ। ਜੀ ਜੀ ਬਿਲਕੁਲ ਜੀ, ਜਿਵੇਂ ਅਰੁਣ ਜੀ ਨੇ ਤੁਹਾਨੂੰ ਹੁਣੇ ਦੱਸਿਆ ਕਿ ਕਿਵੇਂ ਤੁਸੀਂ ਜਿਹੜਾ ਕੋਰਸ ਆਪਣਾ ਚੇਂਜ ਕਰ ਸਕਦੇ ਹੋ ਤੇ ਕਿਹੜੀਆਂ ਖਾਸ ਗੱਲਾਂ ਨੇ ਬਹੁਤ ਜ਼ਰੂਰੀ ਜਿਹੜੀਆਂ ਤੁਹਾਨੂੰ ਧਿਆਨ ਰੱਖਣੀਆਂ ਚਾਹੀਦੀਆਂ ਨੇ। ਨਾਲੇ ਜ਼ਰੂਰੀ ਵੀ ਹੈ ਕਿ ਜਦੋਂ ਤੁਸੀਂ ਕੋਰਸ ਚੇਂਜ ਕਰਦੇ ਹੋ ਤੁਹਾਨੂੰ ਇਹ ਚੀਜ਼ਾਂ ਧਿਆਨ ਵਿੱਚ ਰੱਖਣੀਆਂ ਚਾਹੀਦੀਆਂ ਕਿ ਤੁਸੀਂ ਜਿਹੜਾ ਕੋਰਸ ਕਰ ਰਹੇ ਹੋ ਕਿ ਉਹਦੀ ਤੁਸੀਂ ਐਬਿਲਿਟੀਜ਼ ਨੇ ਜਿਹੜੀਆਂ ਉਹ ਤੁਹਾਨੂੰ ਸੂਟ ਕਰ ਰਹੀਆਂ ਨੇ ਤੇ ਇਹ ਚੀਜ਼ਾਂ ਬਹੁਤ ਜ਼ਰੂਰੀ ਹੈ ਤੇ ਇਹ ਚੀਜ਼ਾਂ ਬਿਨਾਂ ਐਕਸਪਰਟ ਤੋਂ ਆਈ ਡੋਨਟ ਥਿੰਕ ਕਿ ਪੋਸੀਬਲ ਨੇ। ਤੇ ਹਾਂਜੀ ਅਰੁਣ ਜੀ, ਹੁਣ ਮੈਂ ਪੁੱਛਣਾ ਚਾਹੁੰਦੀ ਹਾਂ ਇੱਕ ਤੁਹਾਨੂੰ ਸਵਾਲ ਕਿ ਅਸੀਂ ਗੱਲ ਕੀਤੀ ਸੀਗੀ ਕਿ ਕਿਵੇਂ ਅਸੀਂ ਡਿਪਲੋਮਾ ਤੋਂ ਡਿਗਰੀ ਜਾ ਸਕਦੇ ਹਾਂ, ਜੀ। ਪਰ ਹੁਣ ਇਸ ਦੇ ਨਾਲ ਮਾਸਟਰ ਵਾਲੇ ਸਟੂਡੈਂਟਸ ਵੀ ਕੁਝ ਕਰ ਸਕਦੇ ਨੇ, ਉਹਨਾਂ ਵਾਸਤੇ ਵੀ ਕੋਈ ਮਾਸਟਰ ਤੋਂ ਕੋਈ ਹੋਰ ਹਾਇਰ ਕੋਈ ਕੁਆਲੀਫਿਕੇਸ਼ਨ ਜਾਂ ਇਸ ਤੋਂ ਡਾਊਨਗ੍ਰੇਡ ਜਿੱਦਾਂ ਤੁਸੀਂ ਦੱਸਿਆ ਡਿਪਲੋਮਾ ਲੈ ਸਕਦੇ ਨੇ। ਇਹ ਸਾਨੂੰ ਯਾਨੀ ਕਿ ਨਾ ਹੁਣ ਜਦੋਂ ਕਰੋਨਾ ਵਾਇਰਸ ਸ਼ੁਰੂ ਹੋਇਆ, ਕੋਵਿਡ-19 ਵਾਲਾ ਇਸ਼ੂ ਹੋਇਆ, ਮੋਸਟਲੀ ਫੋਨ ਕਾਲਸ ਆਉਣ ਲੱਗ ਗਏ ਇਸ ਚੀਜ਼ ਦੇ ਰਿਗਾਰਡਿੰਗ ਕਿ ਸਰ ਅਸੀਂ ਮਾਸਟਰ ਸਟੱਡੀ ਕਰ ਰਹੇ ਹਾਂ, ਅਸੀਂ ਪੜ੍ਹ ਨਹੀਂ ਸਕਦੇ, ਇਹ ਸਾਨੂੰ ਸਟੱਡੀ ਕਰਨ ਦਿੱਕਤ ਆ ਰਹੀ ਆ, ਅਸੀਂ ਫੇਸ ਟੂ ਫੇਸ ਸਟੱਡੀ ਕਰਨ ਵਾਸਤੇ ਅਸੀਂ ਉਰੇ ਆਏ ਸੀਗੇ ਜੀ ਤੇ ਸਾਨੂੰ ਫੀਸਾਂ ਨਹੀਂ ਨਿਕਲ ਸਾਡੀਆਂ ਕਿਉਂਕਿ ਇਹ ਮਾਸਟਰਸ ਯੂਨੀਵਰਸਿਟੀ ਵਗੈਰਾ ਜਾਂ ਇੰਸਟੀਚਿਊਟ ਵਿੱਚ ਹੈ ਨੇ ਤੇ ਕਿ ਵੀ ਅਸੀਂ ਸਟੱਡੀ ਨਹੀਂ ਕਰ ਸਕਦੇ ਜਾਂ ਅਸੀਂ ਫੀਸਾਂ ਨਹੀਂ ਪੇ ਕਰ ਸਕਦੇ ਤੇ ਸਰ ਅਸੀਂ ਡਿਪਲੋਮੇ ਵਿੱਚ ਜਾਣਾ ਜਾਂ ਕਿ ਸਸਤੇ ਕੋਰਸ ਵਿੱਚ ਜਾਣਾ। ਜੀ ਤਾਂ ਮੇਰੀ ਉਹਨਾਂ ਨੂੰ ਇਹ ਸਲਾਹ, ਜੇ ਉਹ ਆਪਣੀ ਮਾਸਟਰ ਛੱਡ ਕੇ ਡਾਊਨਗ੍ਰੇਡ ਕਰਦੇ ਨੇ ਤਾਂ ਉਹਨਾਂ ਨੂੰ ਨਵਾਂ ਵੀਜ਼ਾ ਹੀ ਫਾਈਲ ਕਰਨਾ ਚਾਹੀਦਾ ਹੈ। ਜੀ ਤੇ ਹੁਣ ਇਸ ਤੋਂ ਬਾਅਦ ਇਹ ਕੁਐਸਚਨ ਅਰਾਈਜ਼ ਹੁੰਦਾ ਕਿ ਜੇ ਬੱਚੇ ਦਾ ਡਾਊਨਗ੍ਰੇਡ ਕਰ ਲਿਆ, ਜੀ ਜੇ ਨਵਾਂ ਵੀਜ਼ਾ ਪਾਤਾ ਜੀ ਤਾਂ ਨਵਾਂ ਵੀਜ਼ਾ ਆਏਗਾ ਕਿ ਨਹੀਂ ਆਏਗਾ? ਹਾਂਜੀ ਬਿਲਕੁਲ ਜੀ, ਇਹ ਤੇ ਆਈ ਥਿੰਕ ਇਹ ਬਹੁਤ ਜ਼ਰੂਰੀ ਜਿਹਾ ਕਿਉਂਕਿ ਕੁਐਸਚਨ ਮੈਨੂੰ ਇਹੀ ਪੁੱਛਿਆ ਕਿ ਭਾਜੀ ਜੇ ਅਸੀਂ ਨਵਾਂ ਵੀਜ਼ਾ ਪਾਤਾ, ਸਾਡਾ ਵੀਜ਼ਾ ਨਾ ਆਇਆ ਤੇ ਸਾਡਾ ਪੁਰਾਣੇ ਵੀਜ਼ੇ ਦਾ ਕੀ ਹੋਏਗਾ? ਜੀ ਜੇ ਇਹ ਆ ਗਿਆ ਤਾਂ ਕੀ ਹੋਏਗਾ? ਜੀ ਹੁਣ ਉਹਨਾਂ ਦਾ ਇਹੀ ਆਨਸਰ ਹੈ, ਜੋ ਤੁਹਾਡਾ ਵੀਜ਼ਾ ਹੈਗਾ, ਜੀ ਤੁਸੀਂ ਮਾਸਟਰ ਵੀਜ਼ਾ ਉਹਦੇ ਕਰਨ ਵਾਸਤੇ ਆਏ ਹੋ, ਉਹ ਤੁਹਾਡਾ ਐਜ਼ ਇਟ ਇਜ਼ ਰਹੇਗਾ, ਤੁਸੀਂ ਆਪਣਾ ਨਵਾਂ ਵੀਜ਼ਾ ਅਪਲਾਈ ਕਰ ਰਹੇ ਹੋ। ਜੀ ਜੇ ਤੁਹਾਡਾ ਵੀਜ਼ਾ ਆ ਗਿਆ ਤਾਂ ਤੁਹਾਡਾ ਵੋਕੇਸ਼ਨਲ ਡਿਪਲੋਮੇ ਦੇ ਵਿੱਚ ਜਾ ਰਹੇ ਹੋ ਜਾਂ ਬੈਚਲਰ ਜਾ ਰਹੇ ਹੋ, ਜਿੱਥੇ ਵੀ ਜਾ ਰਹੇ ਹੋ ਜੀ ਤਾਂ ਤੁਹਾਡਾ ਉਹ ਵੀਜ਼ਾ ਵੋਕੇਸ਼ਨਲ ਦਾ ਬਣ ਜਾਏਗਾ। ਜੀ ਜੇ ਇਹ ਬੈਚਲਰ ਵੀ ਜਾ ਤਾਂ ਹਾਇਰ ਐਜੂਕੇਸ਼ਨ ਦਾ ਬਣ ਜਾਏਗਾ। ਜੀ ਤਾਂ ਤੁਹਾਡਾ ਪੁਰਾਣਾ ਵੀਜ਼ਾ ਨੂੰ ਜੇ ਆ ਗਿਆ ਤਾਂ ਕਨਵਰਟ ਹੋ ਜਾਏਗਾ, ਜੀ। ਨਹੀਂ ਤੁਹਾਡਾ ਪੁਰਾਣਾ ਵੀਜ਼ਾ ਕੈਂਸਲ ਨਹੀਂ ਹੋਏਗਾ। ਓਕੇ ਜੀ ਤੁਸੀਂ ਸੇਫ ਹੋ, ਯਾਨੀ ਕੋਈ ਤੁਹਾਨੂੰ ਘਬਰਾਉਣ ਦੀ ਗੱਲਬਾਤ ਨਹੀਂ ਹੈਗੀ, ਜੀ। ਤੁਸੀਂ ਕਰ ਸਕਦੇ ਹੋ। ਜੀ ਕਿਉਂਕਿ ਮੋਸਟਲੀ ਜਿਹੜੇ ਕੁਐਸਚਨ ਨੇ ਮਾਸਟਰ ਵਾਲੇ ਜੀ। ਉਹ ਬੱਚੇ ਕਰਦੇ ਨੇ। ਸਪੋਜ਼ ਕੋਈ ਬੱਚਾ ਐਮਬੀਏ ਕਰਨ ਵਾਸਤੇ ਉਰੇ ਆ ਗਿਆ, ਜੀ ਹੁਣ ਬੱਚਾ ਕਹਿੰਦਾ ਸਰ ਐਮਬੀਏ ਦੇ ਵਿੱਚ ਨਾ ਹੀ ਪੀਆਰ ਆਈ,
ਕੱਲ ਨੂੰ ਮੇਰਾ ਇਹ ਕੁਝ ਬੰਦਾ ਨਹੀਂਗਾ ਤਾਂ ਬੱਚਾ ਇਹ ਉਹਨਾਂ ਵਾਸਤੇ ਤਾਂ ਉਹ ਕੀ ਕਰਦੇ ਨੇ ਕਿ ਸਰ ਅਸੀਂ ਕੋਈ ਟ੍ਰੇਡ ਕੋਰਸ ਕਰ ਲੈਂਦੇ ਆ ਜੀ। ਜੇ ਸਾਡਾ ਪੀਆਰ ਦਾ ਪੈਥਵੇ ਬਣ ਜਾਏਗਾ ਜੀ ਜੀ ਕਿਉਂਕਿ ਇਹ ਕੋਈ ਟੀਆਰ ਮਾਸਟਰ ਵਿੱਚ ਹੈਗੀ ਆ ਪਰ ਲੇਕਿਨ ਪੀਆਰ ਨਹੀਂ ਹੈਗੀ ਜੀ ਤਾਂ ਉਸ ਚੀਜ਼ ਲਈ ਉਹ ਬੱਚੇ ਆਪਣਾ ਨਵਾਂ ਵੀਜ਼ਾ ਕਰਕੇ ਟਰਾਈ ਕਰ ਸਕਦੇ ਨੇ ਜੀ ਕਿ ਮੋਸਟਲੀ ਅੱਛਾ ਰਿਜ਼ਲਟ ਆ ਰਹੇ ਨੇ ਇਸ ਟਾਈਮ ਜੀ ਜੀ ਤੇ ਉਹਨਾਂ ਦੇ ਚੰਗੇ ਸਕੋਪ ਹੈਗਾ ਤੇ ਉਹ ਟਰਾਈ ਕਰ ਸਕਦੇ ਨੇ ਪਰ ਨਵਾਂ ਵੀਜ਼ਾ ਪਾਉਣ ਦਾ ਹੀ ਸੋਲੂਸ਼ਨ ਆ ਮਾਸਟਰ ਵਾਲੇ ਬੱਚਿਆਂ ਨੂੰ ਜੀ ਥੈਂਕ ਯੂ ਜੀ ਤੇ ਅਸੀਂ ਨਾਲ ਆਪਣੇ ਕੁਝ ਸਵਾਲ ਵੀ ਲੈਣੇ ਆ ਜੀ ਤੇ ਸਭ ਤੋਂ ਪਹਿਲਾ ਸਵਾਲ ਜਿਹੜਾ ਸਾਨੂੰ ਕਰ ਰਹੇ ਨੇ ਉਹ ਜੀ ਵਿਸ਼ਾਲ ਬਾਂਸਲ ਨੇ ਜਿਹੜੇ ਕਹਿ ਰਹੇ ਵੈਲ ਡਨ ਬ੍ਰਦਰ ਅਰੁਣ ਬਾਂਸਲ ਤੇ ਇਸ ਤੋਂ ਇਲਾਵਾ ਜੀ ਦੂਸਰਾ ਸਵਾਲ ਹੈ ਜੀ ਕੁਲਦੀਪ ਸਿੰਘ ਦਾ ਜਿਹੜੇ ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਸਵਾਤੀ ਵਿਰਕ ਮੈਮ ਐਂਡ ਅਰੁਣ ਸਰ ਫॉर ਪ੍ਰੋਵਾਈਡਿੰਗ such a important information through your program ਥੈਂਕ ਯੂ ਕੁਲਦੀਪ ਜੀ ਸਾਡਾ ਪ੍ਰੋਗਰਾਮ ਦੇਖਣ ਵਾਸਤੇ ਸਾਨੂੰ ਐਪਰੀਸ਼ੀਏਟ ਕਰਨ ਵਾਸਤੇ ਥੈਂਕ ਯੂ ਅਲੋਟ ਤੇ ਅਗਲਾ ਸਵਾਲ ਹੈ ਜੀ ਦਪਿੰਦਰ ਜੈਨ ਦਾ ਜਿਹੜੇ ਕਹਿ ਰਹੇ ਨੇ ਡੀਅਰ ਅਰੁਣ ਬਾਂਸਲ your initiative with the corporation of Punjab TV has ignited a ray of hope in the international student fraternity ਥੈਂਕ ਯੂ ਜੀ ਥੈਂਕ ਯੂ ਸੋ ਮਚ ਜੀ ਤੇ ਅਗਲਾ ਸਵਾਲ ਹੈ ਜੀ ਹਰਪ੍ਰੀਤ ਸਿੰਘ ਦਾ ਜਿਹੜੇ ਕਹਿ ਰਹੇ ਨੇ ਹਾਈ ਸਰ can I transfer my course to another university ਹਰਪ੍ਰੀਤ ਜੀ ਇਹ ਤੁਹਾਨੂੰ ਥੋੜਾ ਐਕਸਪਲੇਨ ਕਰਨਾ ਪਊ ਕਿ ਤੁਸੀਂ ਕੀ ਸਟੱਡੀ ਕਰ ਰਹੇ ਹੋ ਤੇ ਕਿਹੜੇ ਕੋਰਸ ਕਰਨਾ ਚਾਹੁੰਦੇ ਹੋ ਤੇ ਕਿਹੜੀ ਸਟੇਟ ਜਾਂ ਕਿਸ ਯੂਨੀਵਰਸਿਟੀ ਵਿੱਚ ਤੁਸੀਂ ਜਾਣਾ ਚਾਹੁੰਦੇ ਹੋ ਤੁਸੀਂ ਇਹ ਦੱਸੋ ਸਾਨੂੰ ਕੀ ਕੀ ਕੋਰਸ ਕਰ ਤਾਂ ਮੈਂ ਤੁਹਾਨੂੰ ਵਧੀਆ ਤਰੀਕੇ ਨਾਲ ਐਕਸਪਲੇਨ ਕਰ ਸਕੂੰਗਾ ਜੀ ਬਿਲਕੁਲ ਹਰਪ੍ਰੀਤ ਜੀ ਤੁਹਾਨੂੰ ਜ਼ਿਆਦਾ ਇਨਫੋਰਮੇਸ਼ਨ ਤੁਸੀਂ ਜਿਹੜੀ ਹੈ ਬਾਂਸਲ ਇਮੀਗ੍ਰੇਸ਼ਨ ਦੇ ਤੁਸੀਂ ਉਹਨਾਂ ਨੂੰ ਈਮੇਲ ਵੀ ਕਰ ਸਕਦੇ ਹੋ ਤਾਂ ਕਿ ਅਰੁਣ ਸਰ ਤੁਹਾਨੂੰ ਪ੍ਰੋਪਰ ਜਿਹੜੀ ਇਨਫੋਰਮੇਸ਼ਨ ਹੈ ਪ੍ਰੋਵਾਈਡ ਕਰ ਸਕਣ ਤੁਹਾਡੇ ਜਿਹੜੇ ਕੋਰਸ ਦੇ ਨਾਲ ਰਿਲੇਟਡ ਜੀ ਉਸ ਤੋਂ ਨੈਕਸਟ ਕੁਐਸਚਨ ਹੈ ਜੀ ਤਾਨੀਆ ਠਾਕੁਰ ਦਾ ਜਿਹੜੇ ਕਹਿ ਰਹੇ ਕਿ ਵਿਚ ਕੋਰਸਿਸ ਆਰ ਬੈਟਰ ਫॉर ਸਟੂਡੈਂਟਸ ਟਾਈਮਸ ਇਹ ਹੁਣ ਹਰੇਕ ਕੋਰਸ ਚੰਗਾ ਹੈ ਕਿ ਤੁਹਾਡਾ ਪਰਸਪੈਕਟਿਵ ਕੀ ਆ ਜੀ ਤਾਂ ਤੁਸੀਂ ਤੁਹਾਡੇ ਫਿਊਚਰ ਤੁਹਾਨੂੰ ਕੀ ਸੋਚਿਆ ਕਿ ਤੁਹਾਨੂੰ ਆਪਣੇ ਗੋਲ ਕੀ ਸੈੱਟ ਕੀਤੇ ਨੇ ਕਿ ਤੁਸੀਂ ਇਹ ਕਿਉਂਕਿ ਇਸ ਦੇ ਵਿੱਚ ਹਰੇਕ ਕੋਰਸ ਚੰਗਾ ਹੈ ਜਿਸ ਤਰ੍ਹਾਂ ਤੁਹਾਨੂੰ ਆਪਣੇ ਗੋਲ ਸੈੱਟ ਕੀਤੇ ਨੇ ਕਈ ਬੱਚੇ ਕਈ ਸਟੂਡੈਂਟ ਕਹਿੰਦੇ ਨੇ ਕਿ ਸਰ ਮੈਂ ਇੱਕ ਸ਼ੈਫ ਬਣਨਾ ਚਾਹਨਾ ਜਾਂ ਕਈ ਕਹਿੰਦੇ ਸਰ ਮੈਂ ਕੱਲੀ ਪੀਆਰ ਲੈਣੀ ਹੈ ਕੋਈ ਵੀ ਕੋਰਸ ਹੋਵੇ ਕਈ ਕਹਿੰਦੇ ਸਰ ਮੈਂ ਇਹ ਨਰਸਿੰਗ ਕਰਨਾ ਚਾਹੁੰਦੀ ਹਾਂ ਜਾਂ ਚਾਹਨਾ ਮੈਂ ਤਾਂ ਹਰੇਕ ਕੋਰਸ ਤੁਹਾਡੇ ਗੋਲ ਦੇ ਮੁਤਾਬਿਕ ਆ ਤੁਹਾਡਾ ਇੰਟਰਸਟ ਤੇ ਤੁਹਾਡੇ ਫਿਊਚਰ ਪਰਸਪੈਕਟਿਵ ਕਿ ਤੁਸੀਂ ਕਿਸ ਤਰੀਕੇ ਨਾਲ ਉਹਨੂੰ ਫੋਲੋ ਕਰਨਾ ਚਾਹੁੰਦੇ ਹੋ ਤਾਂ ਕਿ ਤੁਸੀਂ ਕੀ ਅਚੀਵ ਕਰਨਾ ਚਾਹੁੰਦੇ ਹੋ ਜੀ ਤਾਂ ਬਿਲਕੁਲ ਪਲੀਜ਼ ਦੱਸੋ ਤੁਹਾਡਾ ਕਿਸ ਇੰਟਰਸਟ ਆ ਤੇ ਤੁਹਾਡੇ ਫਿਊਚਰ ਪਲਾਨ ਕੀ ਨੇ ਜੇ ਆਸਟ੍ਰੇਲੀਆ ਜਾਣਾ ਚਾਹੁੰਦੇ ਹੋ ਆਸਟ੍ਰੇਲੀਆ ਪੀਆਰ ਕਰਨਾ ਚਾਹੁੰਦੇ ਹੋ ਜਾਂ ਆਪਣੇ ਬੈਕ ਆਪਣੀ ਸਟੱਡੀ ਕਰਕੇ ਇੰਡੀਆ ਕਿਸੇ ਵੀ ਆਪਣੀ ਕੰਟਰੀ ਹੋਮ ਕੰਟਰੀ ਜਾਣਾ ਚਾਹੁੰਦੇ ਹੋ ਜੀ ਬਿਲਕੁਲ ਜੀ ਇੰਦਰ ਕੱਕਰ ਜੀ ਕਹਿ ਰਹੇ ਨੇ ਇਜ਼ ਇਟ ਪੋਸੀਬਲ ਟੂ ਚੇਂਜ ਮਾਈ ਸਟੂਡੈਂਟ ਵੀਜ਼ਾ ਟੂ ਵਰਕ ਪਰਮਿਟ ਇਨ ਆਸਟ੍ਰੇਲੀਆ ਇਹ ਤੁਸੀਂ ਇਸ ਦੇ ਵਿੱਚ ਕੀ ਹੁੰਦਾ ਜਿਹੜਾ ਵਰਕ ਪਰਮਿਟ ਹੁਣ 485 ਵੀਜ਼ਾ ਨੂੰ ਸ਼ਾਇਦ ਤੁਸੀਂ ਕਹਿ ਰਹੇ ਹੋਗੇ ਟੀਆਰ ਵਗੈਰਾ ਨੂੰ ਵਰਕ ਪਰਮਿਟ ਨੂੰ ਵੀ ਕਹਿੰਦੇ ਤੁਸੀਂ ਆਪਣੀ ਸਟੂਡੈਂਟ ਵੀਜ਼ਾ ਪੂਰਾ ਕਰਨ ਤੋਂ ਬਾਅਦ ਜੇ ਤੁਸੀਂ ਸਟੱਡੀ ਥੋੜੀ ਐਲੀਜੀਬਲ ਹੈਗੀ ਆ ਟੀਆਰ ਵਾਸਤੇ ਤਾਂ ਤੁਸੀਂ ਉਹਨੂੰ ਬਾਅਦ ਵਿੱਚ ਅਪਲਾਈ ਕਰ ਸਕਦੇ ਹੋ ਜੀ ਇੰਦਰ ਕੱਕਰ ਜੀ ਜਿੱਦਾਂ ਇਹਨਾਂ ਨੇ ਦੱਸਿਆ ਤੁਹਾਨੂੰ ਕਿ ਤੁਸੀਂ ਕਿਵੇਂ ਚੀਜ਼ ਜਿਹੜੀ ਅਪਲਾਈ ਕਰ ਸਕਦੇ ਹੋ ਤੇ ਇਸ ਦੇ ਨਾਲ ਅਸੀਂ ਸ਼ੁਰੂ ਕਰਦੇ ਹਾਂ ਜੀ ਆਪਣਾ ਹੋਰ ਗੱਲਬਾਤ ਰਿਗਾਰਡਿੰਗ ਕੀ ਕੋਰਸ ਚੇਂਜ ਅਸੀਂ ਕੀ ਜਿਹੜੀਆਂ ਚੀਜ਼ਾਂ ਜਿਹੜੀਆਂ ਅਸੀਂ ਕਰ ਸਕਦੇ ਹਾਂ ਤੇ ਮੈਂ ਪੁੱਛਣਾ ਚਾਹੂੰਗੀ ਕਿ ਜਿਵੇਂ ਤੁਸੀਂ ਦੱਸਿਆ ਸੀਗਾ ਕਿ ਅਸੀਂ ਡਿਪਲੋਮਾ ਤੋਂ ਜਿਹੜੇ ਡਿਗਰੀ ਜਿਹੜੇ ਸਟੂਡੈਂਟਸ ਜਾਂਦੇ ਨੇ ਜਿਵੇਂ ਉਹਨਾਂ ਦਾ ਕੋਰਸ ਖਤਮ ਹੋ ਗਿਆ ਮੰਨ ਲਓ ਕਿ ਮੈਂ ਡਿਪਲੋਮਾ ਤੋਂ ਡਿਗਰੀ ਜਾਣਾ ਚਾਹੁੰਦੀ ਆ ਪਰ ਮੇਰਾ ਇੱਕ ਸਰਟਨ ਜਿਹੜਾ ਵੀਜ਼ਾ ਹੈ ਉਹ ਐਕਸਪਾਇਰ ਹੋ ਚੁੱਕਿਆ ਤੇ ਮੈਂ ਜਿਹੜਾ ਕੋਰਸ ਹੈ ਬਿਨਾ ਐਕਸਪਾਇਰ ਦੇ ਚੇਂਜ ਕਰ ਸਕਦੀ ਆ ਜਾਂ ਮੈਨੂੰ ਵੀਜ਼ਾ ਲੈਣਾ ਪਊਗਾ ਉਹਦੇ ਵਾਸਤੇ ਜੇ ਮੈਂ ਕੋਈ ਦੂਸਰੇ ਕੋਰਸ ਤੇ ਜਾਣੀ ਆ ਇਹ ਮੈਂ ਤੁਹਾਡੀ ਕੁਐਸਚਨ ਸਮਝਿਆ ਕਿ ਜੇ ਕੋਰਸ ਮੈਂ ਫੋਰ ਐਗਜ਼ਾਮਪਲ ਕਿ ਜਿਹਦਾ ਕਰੰਟ ਮੇਰਾ ਕੋਰਸ ਹੈ ਜਿਵੇਂ ਮੈਂ ਡਿਪਲੋਮਾ ਤੇ ਆ ਤੇ ਮੈਂ ਸੋਚ ਰਹੀ ਹਾਂ ਕਿਉਂ ਨਾ ਕਿਤੇ ਹਾਇਰ ਕੁਛ ਦਾ ਡਿਗਰੀ ਵਗੈਰਾ ਲੈ ਲਈਤੀ ਜਾਵੇ ਤੇ ਮੇਰਾ ਵੀਜ਼ਾ ਨੀਅਰਲੀ ਫਿਨਿਸ਼ ਹੈ ਓਕੇ ਤੇ ਕੋਈ ਵੀਜ਼ਾ ਮੈਨੂੰ ਐਕਸਪਾਇਰ ਵਾਸਤੇ ਨਵਾਂ ਲੌਂਚ ਕਰਨਾ ਪਊਗਾ ਹੁਣ ਤੁਹਾਡੇ ਇਹ ਪੁਆਇੰਟ ਵਿੱਚ ਇਹ ਹੈ ਕਿ ਜਿਨ੍ਹਾਂ ਦੇ ਬੱਚੇ ਦੇ ਵੀਜ਼ੇ ਐਕਸਪਾਇਰ ਹੋ ਰਹੇ ਨੇ ਜੀ ਸਪੋਜ਼ ਆਪਾਂ ਐਗਜ਼ਾਮਪਲ ਲੈ ਲੈਂਦੇ ਆ ਤੁਸੀਂ ਡਿਪਲੋਮਾ ਆਫ ਬਿਜ਼ਨਸ ਕਰ ਰਹੇ ਸੀਗੇ ਜੀ ਠੀਕ ਹੈ ਤੇ ਤੁਹਾਡਾ ਡਿਪਲੋਮਾ ਤੁਹਾਡਾ ਫਿਨਿਸ਼ ਹੋਣ ਵਾਲਾ ਜੀ ਤੇ ਤੁਹਾਡਾ ਵੀਜ਼ਾ ਵੀ ਤੁਹਾਡਾ ਇਸ ਮੰਥ ਦੇ ਵਿੱਚ ਫਿਨਿਸ਼ ਹੋ ਜਾਏਗਾ ਜੀ ਠੀਕ ਹੈ ਤੇ ਉਸ ਤੋਂ ਬਾਅਦ ਚੋਂ ਤੁਸੀਂ ਉਸ ਨੂੰ ਬੈਚਲਰ ਦੇ ਵਿੱਚ ਜਾ ਸਕਦੇ ਹੋ ਕਿ ਤੁਸੀਂ ਬੈਚਲਰ ਵਿੱਚ ਐਡਮਿਸ਼ਨ ਲੈ ਕੇ ਤੁਸੀਂ ਆਪਣਾ ਨਵਾਂ ਵੀਜ਼ਾ ਫਾਈਲ ਕਰੋਗੇ ਜੀ ਜੇ ਤੁਸੀਂ ਲੈਵਲ 1 ਦੇ ਵਿੱਚ ਕਾਲਜ ਵਿੱਚ ਐਡਮਿਸ਼ਨ ਲਓਗੇ ਜਾਂ ਯੂਨੀਵਰਸਿਟੀ ਵਿੱਚ ਲਓਗੇ ਤੁਹਾਨੂੰ ਫੰਡਸ ਤੇ ਹਾਲ ਦਿਖਾਣੇ ਨਹੀਂ ਪੈਣਗੇ ਜੇ ਕੋਈ ਦਿਖਾਓਗੇ ਤਾਂ ਤੁਹਾਨੂੰ ਇਹ ਲੈਵਲ 2 ਤੋਂ ਜਾਂ 3 ਦੇ ਵਿੱਚ ਜਾਓਗੇ ਜੇ ਤੁਹਾਡਾ ਹੋਮ ਕੰਟਰੀ ਲੈਵਲ 3 ਜਾਂ 2 ਆ ਤੁਹਾਨੂੰ ਦਿਖਾਣੇ ਪੈਣਗੇ ਫੰਡਸ ਤੇ ਜੀ ਬਿਲਕੁਲ ਜੀ ਤੇ ਇਸ ਤੋਂ ਬਾਅਦ ਅਸੀਂ ਗੱਲਬਾਤ ਜਿਹੜੀ ਹੈ ਕਰਦੇ ਰਵਾਂਗੇ ਪਰ ਕਿਉਂ ਨਾ ਅਸੀਂ ਬ੍ਰੇਕ ਲੈ ਲਿੱਤੀ ਜਾਵੇ ਤੇ ਬ੍ਰੇਕ ਤੇ ਆ ਕੇ ਅਸੀਂ ਇੱਕ ਬਹੁਤ ਹੀ ਜਿਹੜੀ ਇੰਪੋਰਟੈਂਟ ਜਿਹੜੀ ਇਨਫੋਰਮੇਸ਼ਨ ਹੈ ਉਹ ਤੁਹਾਨੂੰ ਪ੍ਰੋਵਾਈਡ ਕਰਨਾ ਚਾਹਾਂਗੇ ਕਿ ਕਿਵੇਂ ਐਮਰਜੈਂਸੀ ਜਿਹੜੇ ਰਿਲੀਫ ਫੰਡ ਨੇ ਉਹ ਤੁਸੀਂ ਐਲੀਜੀਬਲ ਕਿਵੇਂ ਹੋ ਸਕਦੇ ਹੋ ਕਿਵੇਂ ਤੁਸੀਂ ਜਿਹੜੀ ਐਕਸੈਸ ਕਰਾ ਸਕਦੇ ਹੋ ਪਰ ਇਹ ਅਸੀਂ ਸਵਾਲਾਂ ਦਾ ਜਵਾਬ ਦੇਵਾਂਗੇ ਬ੍ਰੇਕ ਤੋਂ ਬਾਅਦ ਧੰਨਵਾਦ ਜੀ
ਬਹੁਤ ਬਹੁਤ ਸਵਾਗਤ ਹੈ ਸਾਡੇ ਦਰਸ਼ਕਾਂ ਦਾ ਪੰਜਾਬ ਟੀਵੀ ਲਾਈਵ ਤੇ ਅਗੇਨ ਜੀ। ਤੇ ਜਿਵੇਂ ਮੈਂ ਤੁਹਾਨੂੰ ਬ੍ਰੇਕ ਤੇ ਜਾਣ ਤੋਂ ਪਹਿਲਾਂ ਦੱਸਿਆ ਸੀਗਾ ਕਿ ਅਸੀਂ ਗੱਲਬਾਤ ਕਰਾਂਗੇ ਕਿ ਕਿਵੇਂ ਤੁਸੀਂ ਐਮਰਜੈਂਸੀ ਰਿਲੀਫ ਫੰਡ ਨੇ ਉਹਨਾਂ ਵਾਸਤੇ ਤੁਸੀਂ ਐਲੀਜੀਬਲ ਕਿਵੇਂ ਹੋ, ਤੁਹਾਨੂੰ ਕਿਵੇਂ ਪਤਾ ਚੱਲੇਗਾ। ਜੀ ਅਰੁਣ ਜੀ, ਜੇ ਤੁਸੀਂ ਥੋੜਾ ਜਿਹਾ ਐਕਸਪਲੇਨ ਕਰੋ ਸਾਡੇ ਆਡੀਅנס ਨੂੰ ਜੀ। ਠੀਕ ਹੈ, ਇਸ ਤੋਂ ਪਹਿਲਾਂ ਮੈਂ ਟੈਨਰ ਸਾਹਿਬ ਨੂੰ ਕਹਾਂਗਾ ਕਿ ਇੱਕ ਪ੍ਰੈਜੈਂਟੇਸ਼ਨ ਸੀ ਉਸ ਨੂੰ ਪਲੇ ਕਰਨ ਤਾਂ ਕਿ ਮੈਂ ਸਟੈਪ ਬਾਈ ਸਟੈਪ ਦੱਸ ਸਕਾਂ ਕਿ ਉਹ ਬੱਚੇ ਕਿਵੇਂ ਕਿਵੇਂ ਅਪਲਾਈ ਕਰ ਸਕਦੇ ਨੇ, ਕਿਉਂਕਿ ਕਈਆਂ ਨੂੰ ਅਪਲਾਈ ਵੀ ਨਹੀਂ ਕਰਨ ਦਾ ਪਤਾ। ਬਿਲਕੁਲ ਜੀ, ਤੇ ਤੁਹਾਨੂੰ ਪੂਰੀ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਜਾਵੇਗੀ ਕਿ ਤੁਸੀਂ ਕਿਸ ਤਰ੍ਹਾਂ ਜਿਹੜੇ ਫੰਡ ਨੇ ਉਹਨਾਂ ਨੂੰ ਤੁਸੀਂ ਐਕਸੈਸ ਕਰਵਾ ਸਕਦੇ ਹੋ ਜੀ। ਇਹ ਸਭ ਤੋਂ ਪਹਿਲਾਂ ਤੁਸੀਂ ਆਪਣੇ ਗੂਗਲ ਦੇ ਉੱਤੇ ਸਟੱਡੀ ਮੈਲਬਨ ਦੇ ਵਿੱਚ ਜਾਣਾ ਹੈ ਜੀ, studymelbourne.vic.gov.au ਜੀ। ਉਸ ਤੋਂ ਬਾਅਦ ਤੁਸੀਂ ਇੱਕ ਉਹਦੇ ਆਪਸ਼ਨ ਹੈ ਇੰਟਰਨੈਸ਼ਨਲ ਸਟੂਡੈਂਟ ਐਮਰਜੈਂਸੀ ਰਿਲੀਫ ਫੰਡ, ਉਸ ਤੇ ਰੀਡ ਮੋਰ ਦੇ ਉੱਪਰ ਕਲਿੱਕ ਕਰਨਾ ਹੈ। ਸਕਰੋਲ ਡਾਊਨ ਕਰਨ ਤੋਂ ਬਾਅਦ ਤੁਸੀਂ ਉੱਥੇ ਕੰਪਲੀਟ ਦਿਸ ਵੈਬ ਫਾਰਮ ਟੂ ਰਜਿਸਟਰ ਯੋਰ ਇੰਟਰਸਟ, ਸਭ ਤੋਂ ਪਹਿਲਾਂ ਤੁਹਾਨੂੰ ਫਾਰਮ ਭਰਨਾ ਪਏਗਾ, ਉਸ ਦੇ ਉੱਤੇ ਕਲਿੱਕ ਕਰੋ ਤਾਂ ਤੁਹਾਨੂੰ ਆਪਣੇ ਪਾਰਟਿਕੂਲਰ ਫਿਲ ਕਰਨੇ ਨੇ। ਤੁਹਾਡਾ ਨਾਮ ਜੀ ਜੀ, ਤੁਹਾਡਾ ਈਮੇਲ ਆਈਡੀ, ਤੁਹਾਡਾ ਕੰਟਰੀ ਆਫ ਪਾਸਪੋਰਟ, ਤੁਸੀਂ ਕਿਹੜੀ ਕੰਟਰੀ ਤੋਂ ਬਿਲੋਂਗ ਕਰਦੇ ਹੋ, ਤੁਹਾਡਾ ਪਾਸਪੋਰਟ ਦਾ ਕੰਟਰੀ ਕਿਹੜੀ ਹੈ ਕਿ ਇੰਡੀਆ, ਪਾਕਿਸਤਾਨ, ਨੇਪਾਲ, ਕਿਹੜੀ ਕੰਟਰੀ ਆ। ਉਸ ਤੋਂ ਬਾਅਦ ਸਭ ਤੋਂ ਇੰਪੋਰਟੈਂਟ ਥਿੰਗ ਤੁਹਾਡਾ ਟਾਈਪ ਆਫ ਐਜੂਕੇਸ਼ਨ ਪ੍ਰੋਵਾਈਡਰ, ਕਿ ਇਸ ਦੇ ਵਿੱਚ ਤੁਹਾਨੂੰ ਕੀ ਕਰਨਾ। ਸੋ ਜੇ ਤੁਸੀਂ ਯੂਨੀਵਰਸਿਟੀ ਵਿੱਚ ਪੜ੍ਹ ਰਹੇ ਹੋ, ਕੋਈ ਮਾਸਟਰ ਜਾਂ ਕੋਈ ਵੀ ਯੂਨੀਵਰਸਿਟੀ ਵਿੱਚ ਪੜ੍ਹ ਰਹੇ ਹੋ ਤਾਂ ਤੁਸੀਂ ਯੂਨੀਵਰਸਿਟੀ ਟਿਕ ਲਗਾਉਣਾ ਹੈ। ਜੇ ਤੁਸੀਂ ਕਿਸੇ ਟੇਫ ਦੇ ਵਿੱਚ ਪੜ੍ਹ ਰਹੇ ਹੋ, ਕੋਈ ਵੈਟ ਕੋਰਸ ਜਾਂ ਕਰ ਰਹੇ ਹੋ, ਡਿਪਲੋਮਾ ਵਗੈਰਾ, ਤਾਂ ਤੁਸੀਂ ਡਿਪਲੋਮੇ ਉੱਤੇ ਟਿਕ ਲਗਾਉਣਾ ਇਸ ਦੇ ਉੱਤੇ। ਜੇ ਇੰਗਲਿਸ਼ ਕੋਰਸ ਕਰ ਰਹੇ ਹੋ ਤਾਂ ਐਲਈ ਕੋਰਸ ਉੱਪਰ। ਜੇ ਤੁਸੀਂ ਕਿਸੇ ਪ੍ਰਾਈਵੇਟ ਕਾਲਜ ਦੇ ਵਿੱਚ ਪੜ੍ਹ ਰਹੇ ਹੋ, ਕੋਈ ਡਿਪਲੋਮਾ, ਕੋਈ ਟ੍ਰੇਡ ਕੋਰਸ ਜਾਂ ਕੋਈ ਵੀ ਬੈਚਲਰ ਕੁਝ ਵੀ ਕਰ ਰਹੇ ਹੋ ਪ੍ਰਾਈਵੇਟ ਇੰਸਟੀਚਿਊਟ ਦੇ ਵਿੱਚ, ਤੁਸੀਂ ਪ੍ਰਾਈਵੇਟ ਦੇ ਉੱਤੇ ਟਿਕ ਲਗਾ ਕੇ ਤੁਸੀਂ ਇਸ ਨੂੰ ਸਿਲੈਕਟ ਕਰ ਦੇਣਾ ਹੈ। ਇਸ ਤੋਂ ਬਾਅਦ additional information ਆਣੀ ਹੈ, I am interested in receiving further information about the international student emergency fund relief fund। ਤੁਸੀਂ accept ਕਰਕੇ ਇਸ ਨੂੰ ਦੱਸੋ ਕਿ ਵੀ ਜਦੋਂ ਤੁਹਾਡਾ ਕੋਈ ਵੀ ਇਨਫੋਰਮੇਸ਼ਨ ਆਵੇ ਡਿਪਾਰਟਮੈਂਟ ਵੱਲੋਂ ਤਾਂ ਤੁਹਾਨੂੰ ਇਨਫੋਰਮ ਕੀਤਾ ਜਾਵੇ, ਤੁਸੀਂ ਇਸ ਆਪਸ਼ਨ ਨੂੰ accept ਕਰ ਦੇਣਾ ਹੈ ਜੀ। ਆਫਟਰ ਦਿਸ ਇਹਨਾਂ ਦਾ ਇੱਕ ਨਿਊਜ਼ ਲੈਟਰ ਦੇ ਰਿਗਾਰਡਿੰਗ ਆ ਕਿ ਤੁਸੀਂ ਨਿਊਜ਼ ਲੈਟਰ ਰਿਸੀਵ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਿਲੈਕਟ ਕਰਕੇ ਐਗਰੀ ਕਰਨ ਦੇ ਬਾਅਦ ਇਸ ਨੂੰ ਸਬਮਿਟ ਦਾ ਬਟਨ ਪ੍ਰੈਸ ਕਰ ਦਿਓ। ਸਬਮਿਟ ਦਾ ਬਟਨ ਪ੍ਰੈਸ ਕਰਨ ਤੋਂ ਬਾਅਦ ਤੁਹਾਡੀ ਐਪਲੀਕੇਸ਼ਨ ਸਬਮਿਟ ਹੋ ਜਾਏਗੀ। ਇਸ ਤੋਂ ਬਾਅਦ ਇਹ ਹਜੇ ਫੰਡਸ ਖੁੱਲੇ ਨਹੀਂ ਹੈਗੇ, ਸਿਰਫ ਇਹ ਉਦੋਂ ਜਦੋਂ ਖੁੱਲੇ ਦੇ ਵਿਲ ਇਨਫੋਰਮ ਯੂ। ਤੇ ਜਿਹੜੇ ਇਸ ਦੇ ਵਿੱਚ ਕਿਹੜੇ ਪੁਆਇੰਟਸ ਫੋਲੋ ਕਰਦੇ ਨੇ ਪ੍ਰਾਈਵੇਟ ਐਜੂਕੇਸ਼ਨ ਵਾਲੇ, ਤਾਂ ਤੁਹਾਨੂੰ ਕੀ ਕੀ ਡਾਕੂਮੈਂਟ ਦੇਣਾ। ਜੇ ਤੁਸੀਂ ਪ੍ਰਾਈਵੇਟ ਐਜੂਕੇਸ਼ਨ ਦੇ ਵਿੱਚ ਪੜ੍ਹ ਰਹੇ ਹੋ ਤਾਂ ਤੁਹਾਨੂੰ ਕੀ ਕੀ ਡਾਕੂਮੈਂਟ ਦੇਣੇ ਪੈਣਗੇ। ਉਸ ਦੇ ਵਿੱਚ ਇੰਕਲੂਡ ਹੈਗਾ ਇੱਕ ਵੀਜ਼ਾ ਜੀ, ਪਾਸਪੋਰਟ ਤੇ ਤੁਹਾਡੀ ਸੀਓਈ ਤੁਹਾਡੀ ਕੰਫਰਮੇਸ਼ਨ ਐਨਰੋਲਮੈਂਟ, ਜਿਹਦਾ ਤੁਹਾਨੂੰ ਪਤਾ ਲੱਗੇਗਾ ਕਿ ਵੀ ਬੱਚਾ ਕਿਹੜੇ ਇੰਸਟੀਚਿਊਟ ਦੇ ਵਿੱਚ ਪੜ੍ਹ ਰਿਹਾ ਤੇ ਉਹ ਕਿਹੜੀ ਸਟੱਡੀ ਕਰ ਰਿਹਾ ਤੇ ਕਦੋਂ ਸਟੱਡੀ ਸਟਾਰਟ ਹੋਈ ਸੀ ਜੀ। ਇਹ ਤਿੰਨੇ ਚੀਜ਼ਾਂ ਦੇਣ ਤੋਂ ਬਾਅਦ ਇਹ ਜਦੋਂ ਓਪਨ ਹੋਣਗੇ ਉਦੋਂ ਤੁਹਾਨੂੰ ਮੰਗਣਗੇ ਇਹ। ਫਿਰ ਇਸ ਤੋਂ ਬਾਅਦ ਆ ਗਏ ਟੇਫ ਵਾਲੇ, ਉਹਨਾਂ ਨੇ ਅਜੇ ਕੁਝ ਵੀ ਇਨਫੋਰਮੇਸ਼ਨ ਨਹੀਂ ਪ੍ਰੋਵਾਈਡ ਕੀਤੀ, ਬਟ ਜਦੋਂ ਵੀ ਪ੍ਰੋਵਾਈਡ ਕਰਨਗੇ ਦੇ ਵਿਲ ਸੈਂਡ ਯੂ ਈਮੇਲ ਜੀ। ਤਾਂ ਇਹ ਚੀਜ਼ਾਂ ਤੁਹਾਨੂੰ ਫੋਲੋ ਕਰਨੀਆਂ ਨੇ ਤਾਂ ਕਿ ਤੁਸੀਂ ਆਪਣਾ ਰਿਲੀਫ ਫੰਡ ਅਪਲਾਈ ਕਰਨ ਤੋਂ ਬਾਅਦ ਕਿਵੇਂ ਐਕਸੈਸ ਕਰ ਸਕੋਗੇ, ਕਿਉਂਕਿ ਹਜੇ ਇਸ ਤੋਂ ਬਾਅਦ ਸਟੈਪ ਉਹਨਾਂ ਨੇ ਐਕਸਪਲੇਨ ਵੀ ਨਹੀਂ ਕੀਤਾ ਜੀ ਜੀ, ਨਾ ਹੀ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਉਹਨਾਂ ਨੇ ਹਜੇ ਤੱਕ ਜੀ। ਬਿਲਕੁਲ ਜੀ, ਜਿਵੇਂ ਕਿ ਤੁਸੀਂ ਅਰੁਣ ਜੀ ਨੂੰ ਸੁਣਿਆ, ਉਹਨਾਂ ਨੇ ਸਟੈਪ ਬਾਈ ਸਟੈਪ ਫਾਰਮ ਦੀ ਜਿਹੜੀ ਆ ਮਦਦ ਦੇ ਨਾਲ ਤੁਹਾਨੂੰ ਦੱਸਿਆ ਕਿ ਤੁਸੀਂ ਇਸ ਤਰ੍ਹਾਂ ਪ੍ਰੈਜੈਂਟੇਸ਼ਨ ਦੇ ਨਾਲ ਕਿ ਕਿਵੇਂ ਤੁਸੀਂ ਆਪਣੇ ਜਿਹੜੇ ਐਮਰਜੈਂਸੀ ਰਿਲੀਫ ਫੰਡ ਨੇ ਤੁਸੀਂ ਫਾਰਮ ਕਿੱਦਾਂ ਫਿਲ ਕਰ ਸਕਦੇ ਹੋ ਤੇ ਕਿਵੇਂ ਤੁਸੀਂ ਉਹਦੇ ਵਾਸਤੇ ਅਪਲਾਈ ਕਰ ਸਕਦੇ ਹੋ। ਥੈਂਕ ਯੂ ਅਰੁਣ ਜੀ ਬਹੁਤ ਬਹੁਤ, ਤੇ ਸਾਡੀ ਆਡੀਅנס ਦਾ ਵੀ ਥੈਂਕ ਯੂ ਬਹੁਤ ਬਹੁਤ ਜਿਨ੍ਹਾਂ ਨੇ ਸਾਡਾ ਪ੍ਰੋਗਰਾਮ ਨੂੰ ਜਿਹੜਾ ਦੇਖ ਰਹੇ ਨੇ ਤੇ ਨਾਲ ਜਿਹੜਾ ਸਾਨੂੰ ਕੁਐਸਚਨਸ ਵੀ ਭੇਜ ਰਹੇ ਨੇ। ਕਿਉਂ ਨਾ ਅਸੀਂ ਕੁਐਸਚਨ ਥੋੜੇ ਹੋਰ ਉਹਨਾਂ ਦੇ ਜਿਹੜੇ ਸਵਾਲ ਹੈ ਉਹਨਾਂ ਨੂੰ ਲੈ ਲਿੱਤੇ ਜਾਣ, ਕਿਉਂਕਿ ਇੱਕ ਸੀਮਿਤ ਸਮਾਂ ਹੁੰਦਾ ਜਿਹਦੇ ਵਿੱਚ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਸਾਡੀ ਜਿਹੜੀ ਆਡੀਅנס ਹੈ ਉਹਨਾਂ ਦੇ ਜਿਹੜੇ ਸਵਾਲਾਂ ਦੇ ਜਿਹੜੇ ਜਵਾਬ ਹੈ ਉਹ ਦਿੱਤੇ ਜਾ ਸਕਣ। ਤੇ ਮਾਫੀ ਹੈ ਜੀ ਜੇ ਕੋਈ ਸਵਾਲ ਰਹਿ ਗਿਆ ਹੋਵੇ ਤੇ ਅਰੁਣ ਜੀ ਜ਼ਰੂਰ ਤੁਹਾਨੂੰ ਮੈਸੇਜ ਕਰਨਗੇ, ਤੁਹਾਨੂੰ ਜਿਹੜੇ ਵੀ ਤੁਹਾਡੇ ਸਵਾਲ ਨੇ ਉਹਨਾਂ ਦਾ ਤੁਹਾਨੂੰ ਜਵਾਬ ਜਿਹੜਾ ਪ੍ਰੋਵਾਈਡ ਕਰਨਗੇ ਜੀ। ਤੇ ਜਿਹੜਾ ਸਾਡਾ ਨੈਕਸਟ ਕੁਐਸਚਨ ਹੈ ਜੀ ਉਹ ਹੈਗਾ ਜੋਤੀ ਪਾਟਿਆ ਦਾ, ਜਿਹੜੇ ਕਹਿ ਰਹੇ ਨੇ ਗੁੱਡ ਈਵਨਿੰਗ ਸਵਾਤੀ ਮੈਮ। ਥੈਂਕ ਯੂ ਜੋਤੀ ਜੀ। ਤੇ ਉਹਨਾਂ ਦਾ ਕੁਐਸਚਨ ਹੈ ਕਿ ਹੈਲੋ ਸਰ, ਕੈਨ ਆਈ ਚੇਂਜ ਅ ਨਿਊ ਕੋਰਸ ਫਰੋਮ ਦ ਸੇਮ ਕਾਲਜ। ਜੋਤੀ ਜੀ ਇਹ ਤੁਸੀਂ ਇਸ ਨੂੰ ਕਹਿੰਦੇ ਇੰਟਰਚੇਂਜ ਕਰ ਰਹੇ ਹੋ, ਤੁਸੀਂ ਜੇ ਕੋਰਸ ਕੋਈ ਕਰ ਰਹੇ ਹੋ ਤੁਸੀਂ ਕਰ ਸਕਦੇ ਹੋ, ਪਰ ਤੁਹਾਡਾ ਪਹਿਲਾਂ ਐਲੀਜੀਬਿਲਿਟੀ ਚੈੱਕ ਕੀਤੀ ਜਾਊਗੀ ਕਿ ਜਿਹੜਾ ਕੋਰਸ ਤੁਸੀਂ ਕਰ ਰਹੇ ਹੋ ਤਾਂ ਜੋ ਤੁਸੀਂ ਕਰਨਾ ਚਾਹੁੰਦੇ ਹੋ
ਕਿ ਤੁਸੀਂ ਉਸ ਲਈ ਐਲੀਜੀਬਲ ਹੈਗੇ ਹੋ ਕਿ ਨਹੀਂ ਹੈਗੇ। ਫੋਰ ਐਗਜ਼ਾਮਪਲ ਤੁਸੀਂ ਬੈਚਲਰ ਆਫ ਬਿਜ਼ਨਸ ਕਰ ਰਹੇ ਹੋ ਇਹ ਕਿਸੇ ਕਾਲਜ ਦੇ ਵਿੱਚ, ਤੇ ਤੁਸੀਂ ਬੈਚਲਰ ਨਰਸਿੰਗ ਕਰਨਾ ਚਾਹੁੰਦੇ ਹੋ, ਤੇ ਤੁਹਾਡੇ ਆਇਲਟਸ ਸਕੋਰ 6 ਨੇ ਜਾਂ ਇਹ ਕ੍ਰਾਈਟੇਰੀਆ ਮੀਟ ਨਹੀਂ ਹੋ ਰਿਹਾ, ਤਾਂ ਮੈਨੂੰ ਨਹੀਂ ਲੱਗਦਾ ਤੁਹਾਨੂੰ ਯੂਨੀਵਰਸਿਟੀ ਐਡਮਿਸ਼ਨ ਦੇਗੀ ਜਾਂ ਤੁਹਾਨੂੰ ਕੋਰਸ ਚੇਂਜ ਕਰੇਗੀ। ਤੇ ਤੁਹਾਨੂੰ ਇੱਕ ਰੀਜ਼ਨ ਦੇਣਾ ਪਏਗਾ ਕਿ ਤੁਸੀਂ ਕਿਉਂ ਚੇਂਜ ਕਰ ਰਹੇ ਹੋ ਜੀ। ਤਾਂ ਹੀ ਉਸ ਤੋਂ ਬਾਅਦ ਹੀ ਸਭ ਕੁਝ ਕ੍ਰਾਈਟੇਰੀਆ ਮੀਟ ਕਰਨ ਤੋਂ ਬਾਅਦ ਤਾਂ ਤੁਸੀਂ ਚੇਂਜ ਕਰ ਸਕਦੇ ਹੋ ਜੀ। ਤੇ ਅਗਲਾ ਸਵਾਲ ਹੈ ਜੀ ਰਵਿੰਦਰ ਖੋਬਰਾ ਜੀ ਦਾ, ਜਿਹੜੇ ਪੁੱਛ ਰਹੇ ਨੇ ਜੀ, ਹੈਲੋ ਸਰ, ਕੈਨ ਵੀ ਡੂ 2 ਪ੍ਰਿੰਸੀਪਲ ਵੈਟ ਕੋਰਸਿਸ ਐਟ ਸੇਮ ਟਾਈਮ ਡਿਊਰੇਸ਼ਨ ਜੀ। ਇਹ ਖੋਬਰਾ ਸਾਹਿਬ, ਤੁਸੀਂ ਪ੍ਰਿੰਸੀਪਲ ਕੋਰਸ ਇੱਕੋ ਹੀ ਹੋਏਗਾ ਜਿਹੜਾ ਤੁਹਾਨੂੰ ਵੀਜ਼ਾ ਲੱਗਿਆ ਹੋਇਆ ਹੈ। ਜੇ ਤੁਸੀਂ ਉਸ ਦੇ ਨਾਲ ਨਾਲ ਕੋਈ ਕੋਰਸ ਕਰੋਗੇ ਤਾਂ ਥੋੜਾ ਕੰਕਰੈਂਟ ਸਟੱਡੀ ਕਰ ਸਕਦੇ ਹੋ, ਬਟ ਜੇ ਤੁਸੀਂ ਡਿਪਲੋਮਾ ਸਟੱਡੀ ਕਰ ਰਹੇ ਹੋ ਤੁਸੀਂ ਨਾਲ ਨਾਲ ਡਿਪਲੋਮਾ ਕੋਈ ਕਰ ਸਕਦੇ ਹੋ, ਪਰ ਬੈਚਲਰ ਨਾਲ ਨਾਲ ਬੈਚਲਰ ਕਰਨੀ, ਕਿਉਂਕਿ ਉਸ ਦੇ ਟਾਈਮ ਟੇਬਲ ਦੇ ਵਿੱਚ ਕੰਫਲਿਕਸ਼ਨ ਆ ਜਾਏਗੀ, ਕਿਉਂਕਿ ਕਾਲਜ ਟਾਈਮ ਟੇਬਲ ਮੇਨਟੇਨ ਨਹੀਂ ਕਰ ਪਾਏਗਾ। ਤਾਂ ਮੁਦਿਤ ਚਾਵਲਾ ਜੀ ਕਹਿ ਰਹੇ ਹੈਲੋ ਬਾਂਸਲ ਸਰ, ਤੇ ਉਹਨਾਂ ਦਾ ਕੁਐਸਚਨ ਹੈ ਜੀ, ਹੈਲੋ ਅਰੁਣ ਜੀ, I am only working 1 day in a week. Can I access emergency funds? Thanks. ਤੁਹਾਨੂੰ ਚਾਹੋ ਸਰ ਮੈਂ ਇਹੀ ਗੱਲ ਕਹਾਂਗਾ, ਤੁਸੀਂ ਅਪਲਾਈ ਕਰ ਦਿਓ। ਜਦੋਂ ਤੁਹਾਨੂੰ ਉਹਨਾਂ ਨੇ ਆਪਣੀ ਐਪਲੀਕੇਸ਼ਨ ਰਿਸੀਵ ਕਰਨ ਲੱਗ ਗਏ, ਜਦੋਂ ਦੇਖਿਆ ਤਾਂ ਦੇ ਵਿਲ ਸੈਂਡ ਯੂ ਈਮੇਲ ਜੀ। ਤਾਂ ਜੇ ਤੁਸੀਂ ਵਰਕ ਪਰਮਿਟ ਦੇ ਉੱਤੇ ਹੋਗੇ ਤਾਂ ਮੈਨੂੰ ਨਹੀਂ ਲੱਗਦਾ, ਕਿਉਂਕਿ ਸਿਰਫ ਸਟੂਡੈਂਟ ਵਾਸਤੇ ਹੈ ਜੀ ਜੀ ਬਿਲਕੁਲ ਜੀ, ਤਾਂ ਤੁਸੀਂ ਐਲੀਜੀਬਲ ਨਹੀਂ ਹੋਵੋਗੇ, ਕਿਉਂਕਿ ਸੀਓਈ ਅਪਲੋਡ ਕਰਨੀ ਪੈਂਦੀ ਹੈ ਇਸ ਦੇ ਵਿੱਚ ਜੀ। ਥੈਂਕ ਯੂ ਜੀ। ਤੇ ਸੁਖਬੀਰ ਕੱਕੜ ਜੀ ਕਹਿ ਰਹੇ ਨੇ, ਹੈਲੋ ਬਾਂਸਲ ਜੀ, ਹਾਈ ਸਰ, ਆਈ ਫਿਨਿਸ਼ ਫਰਸਟ 4 month in my college, can I change another institution ਜੀ। ਸੁਖਬੀਰ ਜੀ, ਇਜ਼ ਰਿਗਾਰਡਿੰਗ ਤੁਸੀਂ ਕਿਹੜਾ ਕੋਰਸ ਤੁਸੀਂ ਕਰ ਰਹੇ ਹੋ। ਸੈਕੰਡ ਥਿੰਗ, ਤੁਸੀਂ ਇਹ ਕੋਰਸ ਚੇਂਜ ਕਰ ਸਕਦੇ ਹੋ। ਜੇ ਸਪੋਜ਼ ਤੁਸੀਂ ਆਪਣੇ 2 ਮੰਥ ਬਾਅਦ ਦੀ ਸਟੱਡੀ ਲੈ ਲਓ, ਜੇ ਸਪੋਜ਼ ਤੁਹਾਡਾ ਮਈ ਚੱਲ ਰਿਹਾ, ਤੁਸੀਂ ਜੁਲਾਈ ਦਾ ਇਨਟੇਕ ਲੈ ਲਓ, ਤੁਹਾਨੂੰ ਐਡਮਿਸ਼ਨ ਮਿਲ ਜਾਏਗੀ। ਜਾਂ ਤੁਸੀਂ ਕੰਕਰੈਂਟ ਸਟੱਡੀ ਹੁਣ ਵੀ ਲੈ ਸਕਦੇ ਹੋ, ਜੇ ਤੁਸੀਂ ਜੇ ਡਿਪਲੋਮਾ ਜਾਂ ਕੋਈ ਐਸਾ ਕੋਈ ਟ੍ਰੇਡ ਕੋਰਸ ਵਗੈਰਾ ਲੈਣਾ ਚਾਹੁੰਦੇ ਹੋ ਤਾਂ ਜੀ। ਤੇ ਅਗਲਾ ਸਵਾਲ ਹੈ ਜੀ ਰਮਨ ਵਿਰਕ ਦਾ, ਜਿਹੜੇ ਕਹਿ ਰਹੇ ਨੇ, ਗੁੱਡ ਜੌਬ ਅਰੁਣ ਜੀ ਐਂਡ ਸਵਾਤੀ ਵਿਰਕ, ਥੈਂਕ ਯੂ ਰਮਨ ਜੀ। ਐਂਡ ਆਸ਼ਾ ਬਾਂਸਲ ਜੀ ਕਹਿ ਰਹੇ ਨੇ, ਗੁੱਡ ਜੌਬ, ਥੈਂਕ ਯੂ ਆਸ਼ਾ ਜੀ। ਤੇ ਇਸ ਦੇ ਨਾਲ ਨਾਲ ਅਸੀਂ ਜਿਵੇਂ ਗੱਲ ਕੀਤੀ ਕਿ ਕਿਵੇਂ ਤੁਸੀਂ ਆਪਣਾ ਕੋਰਸ ਚੇਂਜ ਕਰ ਸਕਦੇ ਹੋ ਤੇ ਕੀ ਜਿਹੜੀਆਂ ਰਿਕੁਆਇਰਮੈਂਟਸ ਨੇ, ਕਿਹੜੇ ਡਾਕੂਮੈਂਟਸ ਨੇ ਜਿਹੜੇ ਤੁਸੀਂ ਅਪਲੋਡ ਕਰ ਸਕਦੇ ਹੋ ਐਮਰਜੈਂਸੀ ਰਿਲੀਫ ਫੰਡ ਦੇ ਲਈ, ਤੇ ਨਾਲ ਹੁਣ ਅਸੀਂ ਗੱਲ ਕਰਾਂਗੇ ਕਿ ਕੋਰਸ ਦੇ ਨਾਲ ਰਿਲੇਟਡ ਹੀ ਕਿ ਕਿਵੇਂ ਅਸੀਂ ਕੋਈ ਜੇ ਟ੍ਰੇਡ ਕੋਰਸ ਕਰੀਏ ਤਾਂ ਉਹਦੇ ਕੀ ਰਿਕੁਆਇਰਮੈਂਟਸ ਹੈ ਸਟੂਡੈਂਟਸ ਦੇ ਲਈ। ਇਹ ਸਵਾਤੀ ਸਭ ਤੋਂ ਜ਼ਿਆਦਾ ਇਹ ਵੀ ਇੱਕ ਬੜਾ ਵੱਡਾ ਟੌਪਿਕ ਹੈ ਆਪਣੇ ਆਪ ਦੇ ਵਿੱਚ ਜੀ, ਕਿ ਸਟੂਡੈਂਟ ਕਹਿੰਦੇ ਕਿ ਸਰ ਮੈਂ ਉਰੇ ਸਟੱਡੀ ਕਰਨ ਵਾਸਤੇ ਉਰੇ ਆ ਗਿਆ ਜੀ ਜੀ, ਤੇ ਮੈਂ ਹੁਣ ਕਿਹੜਾ ਕੋਰਸ ਕਰਾਂ ਕਿ ਮੇਰਾ ਪੀਆਰ ਪੈਥਵੇ ਬਣ ਜਾਵੇ। ਜੀ ਡੈਫੀਨਿਟਲੀ ਜੀ। ਤਾਂ ਟ੍ਰੇਡ ਕੋਰਸ ਦੇ ਵਿੱਚ ਕਾਫੀ ਕੋਰਸਿਸ ਨੇ ਜਿਨ੍ਹਾਂ ਜੋ ਸਟੱਡੀ ਕਰਨ ਤੋਂ ਬਾਅਦ ਬੱਚਾ ਪੀਆਰ ਪੈਥਵੇ ਅੱਛਾ ਹੈ ਐਸ ਕੰਪੇਅਰ ਟੂ ਬਾਕੀ ਕੋਰਸਾਂ ਵਿੱਚ। ਜੀ, ਜਿਵੇਂ ਕਿ ਟ੍ਰੇਡ ਕੋਰਸ ਮੋਸਟਲੀ ਆਪਾਂ ਪਪੂਲਰ ਕੁਕਰੀ, ਆਟੋਮੋਟਿਵ, ਜੀ, ਪੇਂਟਿੰਗ, ਤਿੰਨ ਸਭ ਤੋਂ ਪਪੂਲਰ ਕੋਰਸਿਸ ਨੇ। ਇਸ ਤੋਂ ਇਲਾਵਾ ਟ੍ਰੇਡ ਕੋਰਸ ਦੇ ਵਿੱਚ ਫਲੋਰ ਟਾਈਲਿੰਗ, ਜੀ, ਇਹ ਵੈਲਡਿੰਗ, ਜੀ, ਇਹ ਪੇਂਟਿੰਗ ਦੇ ਨਾਲ ਨਾਲ ਆਪਣਾ ਇਹ ਪਲੰਬਿੰਗ, ਇਹ ਸਾਰੇ ਜਿਹੜੇ ਕੋਰਸ ਟ੍ਰੇਡ ਕੋਰਸ ਦੇ ਵਿੱਚ ਕਵਰ ਕਰਦੇ ਨੇ। ਜੀ, ਤੇ ਜੇ ਆਪਾਂ ਟ੍ਰੇਡ ਕੋ ਕੁਕਰੀ ਜਾਂ ਆਟੋਮੋਟਿਵ ਆਪਾਂ ਕਰਦੇ ਹਾਂ, ਇਹ ਸਭ ਤੋਂ ਜ਼ਿਆਦਾ ਲੋਕ ਪ੍ਰੈਫਰ ਕਰਦੇ ਨੇ। ਜੀ, ਰੀਜ਼ਨ ਇੱਕ ਤਾਂ ਜਿਹੜੇ ਬਾਕੀ ਕੋਰਸਿਸ ਨੇ ਜੀ ਉਹਨਾਂ ਵਾਸਤੇ ਅਲੱਗ-ਅਲੱਗ ਜਗ੍ਹਾ ਤੇ ਜਾ ਕੇ ਕੰਮ ਕਰਨਾ ਪੈਂਦਾ। ਜੀ, ਕੁਕਰੀ ਤੇ ਆਟੋਮੋਟਿਵ ਇਹ ਦੋਨੇ ਇਹੋ ਜਿਹੇ ਕੋਰਸ ਨੇ, ਕੁਕਰੀ ਦੇ ਵਿੱਚ ਇੱਕ ਰੈਸਟੋਰੈਂਟ ਦੇ ਵਿੱਚ ਕੰਮ ਕਰਨਾ ਪੈਂਦਾ। ਬੱਚੇ ਨੂੰ ਇਹ ਲੜਕੀਆਂ ਜਾਂ ਲੜਕੇ ਜਿਹੜੇ ਕਹਿੰਦੇ ਕਿ ਸਰ ਮੈਂ ਘੁੰਮਣਾ ਜ਼ਿਆਦਾ ਪਸੰਦ ਨਹੀਂ ਕਰਦਾ, ਇੱਕ ਜਗ੍ਹਾ ਤੇ ਮੈਂ ਰਹਾਂ ਤੇ ਮੇਰਾ ਇੰਟਰਸਟ ਵੀ ਆ ਕਿ ਨਵੀਂ ਚੀਜ਼ਾਂ ਜਾਂ ਮੈਂ ਖਾਣਾ ਬਣਾਉਣਾ ਮੈਨੂੰ ਸ਼ੌਂਕ ਆ, ਉਹ ਬੱਚੇ ਕਰਦੇ ਨੇ। ਸੈਕੰਡ ਥਿੰਗ, ਆਟੋਮੋਟਿਵ ਦਾ ਵੀ ਸੇਮ ਇਹੀ ਗੱਲ ਹੈ ਕਿ ਬੱਚੇ ਕਹਿੰਦੇ ਸਰ ਮੈਨੂੰ ਇਹ ਸ਼ੁਰੂ ਤੋਂ ਮਕੈਨਿਕ ਦਾ ਮੈਨੂੰ ਸ਼ੌਂਕ ਸੀਗਾ ਤੇ ਇਸ ਦੇ ਨਾਲ ਇਹ ਕੱਲ ਨੂੰ ਮੈਂ ਜੌਬ ਰੈਡੀ ਪ੍ਰੋਗਰਾਮ ਕਰਕੇ ਇਹਦੇ ਵਿੱਚ ਪੀਆਰ ਮੈਂ ਈਜ਼ੀਲੀ ਹੋ ਸਕਦਾ। ਜੀ ਜੀ ਬਿਲਕੁਲ। ਤਾਂ ਇਹ ਦੋਨੇ ਕੋਰਸ ਇਹ ਕਾਫੀ ਸੈਲ ਹੁੰਦੇ ਨੇ, ਲੋਕ ਕਾਫੀ ਯਾਦ ਕਰਦੇ ਨੇ। ਜੀ ਜੀ। ਤੇ ਜੀ ਅਗਲਾ ਨਾਲ ਸਵਾਲ ਵੀ ਅਸੀਂ ਲਈ ਜਾਂਦੇ ਹਾਂ ਤਾਂ ਕਿ ਅਸੀਂ ਨਹੀਂ ਚਾਹੁੰਦੇ ਕਿ ਸਾਡੀ ਆਡੀਅנס ਹੈ ਸਾਡੇ ਤੋਂ ਨਿਰਾਸ਼ ਵੀ ਹੋਵੇ। ਤੇ ਸਿੰਘ ਗੁਰਸ਼ਰਨ ਜੀ ਕਹਿ ਰਹੇ ਗੁੱਡ ਇਨਫੋਰਮੇਸ਼ਨ ਥੈਂਕਸ। ਕੁਲਵਿੰਦਰ ਸਿੰਘ ਢਿੱਲੋਂ ਨੇ ਦਿਲ ਭੇਜਿਆ, ਥੈਂਕ ਯੂ ਜੀ। ਤੇ ਅਰਸ਼ ਸ਼ੇਰਗਿਲ ਜੀ ਕਹਿ ਰਹੇ ਹੈ ਉਹਨਾਂ ਨੇ ਲਾਈਕ ਕੀਤੇ ਹੈ। ਤੇ ਵਿਕਰਾਂਤ ਬਾਂਸਲ ਜੀ ਕਹਿ ਰਹੇ ਨੇ what are the options and course for study visa option after master mechanical engineering। ਵਿਕਰਾਂਤ ਜੀ, ਇਜ਼ ਰਿਗਾਰਡਿੰਗ ਜੇ ਤੁਸੀਂ ਔਨਸ਼ੋਰ ਹੋ ਤਾਂ ਤੁਸੀਂ ਸਟੱਡੀ ਮਾਸਟਰ ਵੀ ਕਰ ਸਕਦੇ ਹੋ, ਤੁਸੀਂ ਡਿਪਲੋਮੇ ਦੇ ਵਿੱਚ ਵੀ ਜਾ ਸਕਦੇ ਹੋ, ਪਰ ਵੀ ਨੀਡ ਟੂ ਰਾਈਟ ਅ ਗੁੱਡ ਚੀਟੀ ਓਨਲੀ ਦੈਨ ਤੁਸੀਂ ਇਹ ਆਪਣਾ ਸਟੂਡੈਂਟ ਵੀਜ਼ਾ ਅਚੀਵ ਕਰ ਸਕਦੇ ਹੋ। ਜੇ ਆਫਸ਼ੋਰ ਹੋ ਤਾਂ ਤੁਹਾਡੇ ਪਹਿਲਾਂ ਪ੍ਰੋਫਾਈਲ ਦੇਖਣੀ ਪਊਗੀ, ਤੁਹਾਡੇ ਮਾਸਟਰ ਕਿੰਨੇ % ਸੀਗੇ ਤੇ ਤੁਸੀਂ ਕਿਹੜੀ ਸਟੱਡੀ ਕਰਨਾ ਚਾਹੁੰਦੇ ਹੋ। ਤਾਂ ਇਸ ਵਾਸਤੇ ਸਾਨੂੰ ਕੰਟੈਕਟ ਕਰਨਾ ਪਊਗਾ ਤਾਂ ਕਿ ਮੈਂ ਤੁਹਾਡਾ ਕੇਸ ਚੰਗੀ ਤਰ੍ਹਾਂ ਸਮਝ ਸਕਾਂ ਤੇ ਤੁਹਾਨੂੰ ਵਧੀਆ ਐਡਵਾਈਸ ਕਰ ਸਕਾਂ ਮੈਂ। ਜੀ,
ਗੁਰਸ਼ਨ ਬਰਾੜ ਜੀ ਪੁੱਛ ਰਹੇ ਨੇ ਸਰ ਵਾਟ ਇਜ਼ ਦਾ ਪ੍ਰੋਸੈਸਿੰਗ ਟਾਈਮ ਆਫ AAT? ਸੌਰੀ ਗੁਸ਼ਨ ਜੀ, ਇਹ ਮੈਂ ਤੁਹਾਨੂੰ ਇਸ ਦੇ ਰਿਗਾਰਡਿੰਗ ਤੁਹਾਨੂੰ ਮੈਂ ਐਡਵਾਈਸ ਨਹੀਂ ਕਰ ਸਕਦਾ। ਇਸ ਦੇ ਰਿਗਾਰਡਿੰਗ ਤੁਸੀਂ ਸਾਡੇ ਮਾਈਗ੍ਰੇਸ਼ਨ ਏਜੰਟ ਅਜੇ ਬਾਂਸਲ ਜੀ ਨੂੰ ਫੋਨ ਕਰ ਸਕਦੇ ਹੋ, ਜਿਨ੍ਹਾਂ ਦਾ ਫੋਨ ਨੰਬਰ ਹੈ 0406 660 960। ਮੈਂ ਐਜੂਕੇਸ਼ਨ ਲਈ ਤੁਹਾਡਾ ਕੋਈ ਵੀ ਕੁਐਸਚਨ ਹੈ ਆਈ ਐਮ ਹੈਪੀ ਟੂ ਟੈਲ ਯੂ। ਜੀ ਜੀ ਡੈਫੀਨੇਟਲੀ ਜੀ, ਤੁਸੀਂ ਐਜੂਕੇਸ਼ਨ ਦੇ ਰਿਗਾਰਡਿੰਗ ਕੋਈ ਵੀ ਸਵਾਲ ਪੁੱਛਣਾ ਹੈ ਤੇ ਤੁਸੀਂ ਅਰੁਣ ਬਾਂਸਲ ਜੀ ਨੂੰ ਪੁੱਛ ਸਕਦੇ ਹੋ, ਤੇ ਮਾਈਗ੍ਰੇਸ਼ਨ ਦੇ ਰਿਲੇਟਡ ਤੁਹਾਡਾ ਕੋਈ ਵੀ ਸਵਾਲ ਹੈ ਤੇ ਤੁਸੀਂ ਸਾਡੇ ਐਕਸਪਰਟ ਅਜੇ ਜੀ ਨੂੰ ਪੁੱਛ ਸਕਦੇ ਹੋ। ਤੇ ਮੈਂ ਉਮੀਦ ਕਰਦੀ ਹਾਂ ਕਿ ਅਸੀਂ ਆਪਣਾ ਪ੍ਰੋਗਰਾਮ ਜਿਹੜਾ ਨੈਕਸਟ ਵੀਕ ਜ਼ਰੂਰ ਅਜੇ ਜੀ ਦੇ ਨਾਲ ਲੈ ਕੇ ਆਵਾਂਗੇ, ਤੇ ਤੁਹਾਡੇ ਕੋਈ ਵੀ ਕੁਐਸਚਨਸ ਨੇ ਤੁਸੀਂ ਉਹ ਜਿਹੜੀ ਇਨਫੋਰਮੇਸ਼ਨ ਹੈ ਇਕੱਠੀ ਕਰ ਸਕਦੇ ਹੋ ਤੇ ਨੈਕਸਟ ਟਾਈਮ ਤੁਸੀਂ ਸਾਡੇ ਜਿਹੜੇ ਮਾਈਗ੍ਰੇਸ਼ਨ ਏਜੰਟ ਹੈ ਉਹਨਾਂ ਕੋਲ ਪੁੱਛ ਸਕਦੇ ਹੋ ਜੀ। ਤੇ ਚੱਲਦੇ ਹਾਂ ਜੀ ਆਪਣੇ ਅਗਲੇ ਸਵਾਲਾਂ ਵੱਲ ਤੇ ਕੋਰਸ ਦੇ ਰਿਲੇਟਡ ਜਿਹੜੀਆਂ ਗੱਲਾਂ ਦੇ ਵੱਲ ਜੀ। ਤੇ ਜਿਵੇਂ ਅਸੀਂ ਗੱਲ ਕੀਤੀ ਸੀ ਕਿ ਟ੍ਰੇਡ ਕੋਰਸ ਦੇ ਬਾਰੇ, ਤੇ ਉਸ ਦੇ ਨਾਲ ਐਡਮਿਸ਼ਨ ਕੀ ਰਿਕੁਆਇਰਮੈਂਟਸ ਹੈ ਇਹਨਾਂ ਦੀ ਵੀ ਜੀ। ਹੁਣ ਇਸ ਦੇ ਵਿੱਚ ਕੀ ਹੁੰਦਾ, ਇਹ ਜਿਹੜੇ ਅੱਜ ਕੱਲ੍ਹ ਟਾਈਮ ਦੇ ਕੀ ਇਸ਼ੂ ਆ ਰਿਹਾ, ਸਾਨੂੰ ਸਟੂਡੈਂਟ ਫੋਨ ਕਰਦਾ ਕਿ ਸਰ ਮੈਨੇ ਆਪਣੀ ਮੈਨੇ 1 ਸਾਲ ਮੈਂ ਸਟੱਡੀ ਕੀਤੀ ਤੇ ਮੈਂ ਕਿਸੇ ਸਬਜੈਕਟ ਚੋਂ ਪਾਸ ਨਹੀਂ ਹੋਇਆ ਜੀ। ਮੈਂ ਬੈਚਲਰ ਕੀਤੀ, ਡਿਪਲੋਮਾ ਕੀਤਾ, ਜਾਂ ਮੇਰੇ ਕੋਲ ਸਰਟੀਫਿਕੇਟ ਨਹੀਂ ਹੈਗਾ ਤੇ ਮੇਰਾ ਆਇਲਸ ਐਕਸਪਾਇਰ ਹੋ ਚੁੱਕਾ ਹੈ ਜੀ, ਜਾਂ PT ਮੇਰਾ ਐਕਸਪਾਇਰ ਹੋ ਚੁੱਕਾ ਹੈ, ਤਾਂ ਕੀ ਪਰ ਮੇਰੇ ਕੋਲ ਸਟੂਡੈਂਟ ਵੀਜ਼ਾ ਪਿਆ, ਤਾਂ ਕੀ ਮੈਂ ਐਡਮਿਸ਼ਨ ਮੇਰੀ ਹੋ ਸਕਦੀ ਆ ਕਿਸੇ ਵੀ ਟ੍ਰੇਡ ਕੋਰਸ ਦੇ ਵਿੱਚ ਜਾਂ ਕਿਸੇ ਡਿਪਲੋਮਾ ਕੋਰਸ ਦੇ ਵਿੱਚ ਜੀ? ਤਾਂ ਉਸ ਦਾ ਇਹੀ ਸੋਲੂਸ਼ਨ ਆ, ਇਹ ਜੇ ਤੁਹਾਨੇ ਆਪਣਾ ਸਰਟੀਫਿਕੇਟ 4 ਜੇ ਪੂਰਾ ਕੀਤਾ ਹੋਇਆ ਹੈ ਤਾਂ ਤੁਹਾਨੂੰ ਆਇਲਸ PT ਅਗਲਾ ਨੈਕਸਟ ਵਾਰ ਕਾਲਜ ਮੰਗੇਗਾ ਨਹੀਂ ਜੀ। ਜੇ ਨਹੀਂ ਕੀਤਾ ਹੋਇਆ ਤਾਂ ਤੁਸੀਂ ਕਾਲਜ ਦੇ ਵਿੱਚ ਤੁਹਾਡੇ ਕੋਲ ਸਟੂਡੈਂਟ ਵੀਜ਼ਾ ਹੈਗਾ, ਤੁਸੀਂ ਕਾਲਜ ਦੇ ਵਿੱਚ ਜਾਓਗੇ, ਇੱਕ ਪਲੇਸਮੈਂਟ ਟੈਸਟ ਅਟੈਂਪਟ ਕਰੋਗੇ ਕਿ ਉਹ ਥੋੜਾ ਚੈੱਕ ਕਰਨਗੇ ਕਿ ਤੁਹਾਡੀ ਇੰਗਲਿਸ਼ ਦਾ ਲੈਵਲ ਕੀ ਆ। ਜੇ ਤੁਹਾਡਾ ਇੰਗਲਿਸ਼ ਲੈਵਲ ਘੱਟ ਹੈ ਤਾਂ ਤੁਹਾਨੂੰ LD ਕੋਰਸ ਕਰਨੀ ਪਏਗੀ। ਜੇ ਤੁਹਾਡਾ ਇੰਗਲਿਸ਼ ਲੈਵਲ ਠੀਕ ਹੈ, ਜੋ ਤੁਸੀਂ ਕੋਰਸ ਕਰਨਾ ਚਾਹੁੰਦੇ ਹੋ, ਤਾਂ ਉਹ ਤੁਹਾਨੂੰ ਐਡਮਿਸ਼ਨ ਦੇ ਦੇਣਗੇ, ਤਾਂ ਤੁਸੀਂ ਆਪਣੀ ਸਟੱਡੀ ਕੰਟੀਨਿਊ ਕਰ ਸਕਦੇ ਹੋ ਜੀ। ਹੁਣ ਇਸ ਦੇ ਵਿੱਚ ਕੀ ਹੁੰਦਾ, ਜੇ ਤੁਸੀਂ ਆਪਣਾ ਕੋਈ ਵੀ ਟ੍ਰੇਡ ਕੋਰਸ, ਜੇ ਤੁਸੀਂ ਕਿਸੇ ਵੀ ਕੋਰਸ ਦੇ ਵਿੱਚ ਜਾਂ ਟ੍ਰੇਡ ਕੋਰਸ ਜਾਂਦੇ ਹੋ ਤਾਂ ਤੁਹਾਨੂੰ ਦੁਬਾਰਾ ਵੀਜ਼ਾ ਪਾਉਣ ਦੀ ਲੋੜ ਨਹੀਂ ਪੈਂਦੀ ਜੀ। ਤੁਸੀਂ ਉਸ ਦੇ ਵਿੱਚ ਕੀ ਕਰਨਾ, ਤੁਸੀਂ ਸਟੱਡੀ ਕਰੀ ਜੀ, ਸਟੱਡੀ ਕਰਨ ਤੋਂ ਬਾਅਦ ਇਹ ਸਟੱਡੀ ਕੀਤੀ ਤੇ ਤੁਹਾਨੇ ਆਪਣੇ ਇੰਗਲਿਸ਼ ਦਾ ਟੈਸਟ ਪਲੇਸਮੈਂਟ ਟੈਸਟ ਤੁਹਾਨੇ ਅਟੈਂਪਟ ਕਰਤਾ ਜੀ, ਦੈਟਸ ਇਟ। ਬਸ ਇੰਨਾ ਕੁਝ ਕੀਤਾ, ਤੁਹਾਡੀ ਐਡਮਿਸ਼ਨ ਹੋ ਗਈ, ਤੁਸੀਂ ਸਟੱਡੀ ਕਰਕੇ ਆਪਣਾ PR ਪੈਥਵੇ ਤੁਹਾਡਾ ਵਧੀਆ ਹੋ ਜਾਏਗਾ। ਜੀ ਜੀ ਬਿਲਕੁਲ ਜੀ। ਤੇ ਇੱਕ ਹੋਰ ਚੀਜ਼ ਜਿਹੜਾ ਪੁੱਛਣਾ ਚਾਹੁੰਦੀ ਹੈ ਕਿ ਕਈ ਸਟੂਡੈਂਟਸ ਹੁੰਦੇ ਨੇ ਕਿ ਇੱਕ ਯੂਨੀ ਤੋਂ ਜਿੱਦਾਂ ਉਹਨਾਂ ਨੇ ਇੱਕ ਕੋਰਸ ਕੀਤਾ ਤੇ ਉਸ ਤੋਂ ਬਾਅਦ ਉਹ ਮਨ ਬਣਾ ਲੈਂਦੇ ਕਿ ਇਹ ਯੂਨੀ ਸ਼ਾਇਦ ਉਹਨਾਂ ਵਾਸਤੇ ਠੀਕ ਨਹੀਂ ਆ, ਉਹਨਾਂ ਨੂੰ ਕੋਈ ਦੂਸਰਾ ਇੰਸਟੀਟਿਊਸ਼ਨ ਲੱਭਣਾ ਪਏਗਾ। ਤਾਂ ਜਿਹੜੀ ਉਹਨਾਂ ਨੇ ਸਟੱਡੀ ਕੀਤੀ ਹੁੰਦੀ ਹੈ ਵੀ ਉਹ ਜਿਹੜੇ ਯੂਨਿਟਸ ਨੇ ਉਹਨਾਂ ਦਾ ਕੋਈ ਕ੍ਰੈਡਿਟ ਮਿਲਦਾ ਦੂਸਰੇ ਇੰਸਟੀਟਿਊਸ਼ਨ ਤੇ ਜਾ ਕੇ ਜਾਂ ਕਾਲਜ ਤੇ? ਇਹ ਇਸ ਦਾ ਇੱਕ ਇਹ ਆ, ਇਸ ਨੂੰ ਕਹਿੰਦੇ ਕ੍ਰੈਡਿਟ ਟ੍ਰਾਂਸਫਰ ਜਾਂ ਇਹ RPI ਰਿਕੋਗਨੀਸ਼ਨ ਪ੍ਰਾਇਰ ਲਰਨਿੰਗ। ਜੀ ਜੀ। ਹੁਣ ਹੁੰਦਾ ਕੀ ਆ, ਇੱਕ ਬੱਚੇ ਨੇ ਇਹ ਸਪੋਜ਼ ਇੱਕ ਯੂਨੀਵਰਸਿਟੀ ਵਿੱਚ MBA ਸਟਾਰਟ ਕਰ ਲਈ ਤੇ 6 ਮੰਥ ਲਗਾ ਲਏ, ਉਸਨੇ ਆਪਣੇ 3 ਸਬਜੈਕਟ ਪਾਸ ਕਰ ਲਏ ਜੀ। ਉਸ ਤੋਂ ਬਾਅਦ ਉਸਨੂੰ ਲੱਗਾ ਕਿ ਯੂਨੀਵਰਸਿਟੀ ਥੋੜੀ ਮਹਿੰਗੀ ਆ, ਓਕੇ ਜੀ। ਉਹ ਕਹਿੰਦਾ ਸਰ ਮੈਂ ਯੂਨੀਵਰਸਿਟੀ B ਦੇ ਵਿੱਚ ਜਾਣਾ ਚਾਹਨਾ ਜੀ, ਤੇ ਜਿੱਥੇ ਫੀਸ ਘੱਟ ਹੋਵੇ ਜੀ। ਪਰ ਉਸਦਾ ਕੁਐਸਚਨ ਇਹ ਹੁੰਦਾ ਕਿ ਜੋ ਮੈਂ 6 ਮਹੀਨੇ ਪਹਿਲਾਂ ਪੜਿਆ, ਜੋ ਮੈਂ ਸਟੱਡੀ ਕਰੀ ਆ ਤੇ ਜੋ ਮੈਂ ਫੀਸ ਪੇ ਕੀਤੀ ਆ, ਜੇ ਮੈਂ ਨਵੇਂ ਕਾਲਜ ਗਿਆ ਤਾਂ ਮੈਨੂੰ ਦੁਬਾਰਾ ਫੀਸ ਪੇ ਕਰਨੀ ਪਏਗੀ? ਸਾਰੇ ਸਬਜੈਕਟ ਜੋ ਮੈਂ ਪਹਿਲਾਂ ਪੜ ਚੁੱਕਿਆ ਉਹ ਦੁਬਾਰਾ ਕਰਨੇ ਪੈਣਗੇ? ਨਹੀਂ। ਜੇ ਤੁਹਾਡੇ ਸਬਜੈਕਟ ਸੇਮ ਨੇ ਤਾਂ ਤੁਹਾਨੂੰ ਦੁਬਾਰਾ ਨਹੀਂ ਕਰਨੇ ਪੈਣਗੇ। ਤੁਹਾਨੂੰ ਕ੍ਰੈਡਿਟ ਟ੍ਰਾਂਸਫਰ ਇੱਕ ਐਪਲੀਕੇਸ਼ਨ ਫਾਰਮ ਦੇ ਵਿੱਚ ਇੱਕ ਟਿਕ ਹੁੰਦਾ, ਉਹ ਲਗਾ ਦਿਓ ਕਿ ਸਰ ਮੈਂ ਆਈ ਵਾਂਟ ਟੂ ਅਪਲਾਈ ਫॉर ਕ੍ਰੈਡਿਟ ਟ੍ਰਾਂਸਫਰ। ਉਹਨਾਂ ਦਾ ਇਹ ਨਵੇਂ ਕਾਲਜ ਦਾ ਟ੍ਰੇਨਰ ਜਾਂ ਕੋਈ ਵੀ ਆਪਣੇ ਅਸੈਸ ਕਰਨਗੇ ਕਿ ਤੁਹਾਨੂੰ ਜੋ ਯੂਨਿਟ ਪਾਸ ਕੀਤਾ ਉਹਨਾਂ ਦੀ ਸਬਜੈਕਟ ਨਾਲ ਕਿਸੇ ਨੇ ਮੈਚ ਕਰ ਰਿਹਾ ਕਿ ਨਹੀਂ ਕਰ ਰਿਹਾ, ਤੇ ਉਹ ਜੋ ਮੈਚ ਕਰ ਗਿਆ ਤੁਹਾਨੂੰ ਟੈਨਿਓਰ ਤੇ ਤੁਹਾਡੀ ਫੀਸ ਘਟ ਸਕਦੀ ਆ, ਤਾਂ ਤੁਹਾਨੂੰ ਕ੍ਰੈਡਿਟ ਟ੍ਰਾਂਸਫਰ ਮਿਲ ਸਕਦਾ ਜੀ। ਸਪੋਜ਼ ਸੇਮ ਥਿੰਗ ਹੀ ਇਹ ਕੁਝ ਇੱਕ ਸਟੂਡੈਂਟ ਜੇ ਕਿਸੇ ਇੱਕ ਕਾਲਜ ਪੜ੍ਹ ਰਿਹਾ ਸੀਗਾ ਜੀ ਤੇ ਉਹ ਕਾਲਜ ਬੰਦ ਹੋ ਗਿਆ ਜੀ, 6 ਮਹੀਨੇ ਪੜ੍ਹਨ ਤੋਂ ਬਾਅਦ ਬੰਦ ਹੋ ਗਿਆ ਜੀ ਜੀ। ਤਾਂ ਇਸ ਦਾ ਮਤਲਬ ਇਹ ਨਹੀਂ ਕਿ ਬੱਚੇ ਦਾ ਫਿਊਚਰ ਖਤਮ ਹੋ ਗਿਆ ਜਾਂ ਉਸਦੇ 6 ਮਹੀਨੇ ਖਤਮ ਹੋ ਗਏ। ਜਿਸ ਨੂੰ ਟ੍ਰਾਂਸਕ੍ਰਿਪਟ ਉੱਥੋਂ ਮਿਲ ਗਈ ਜੀ ਤਾਂ ਉਹ ਸੇਮ ਟ੍ਰਾਂਸਕ੍ਰਿਪਟ ਦੇ ਨਾਲ ਨਵੇਂ ਕਾਲਜ ਅਪਲਾਈ ਕਰੇ ਜੀ, ਉਸੇ ਕੋਰਸ ਜਿਹੜਾ ਕੋਰਸ ਪੜ੍ਹ ਰਿਹਾ ਸੀਗਾ, ਤਾਂ ਉਸਦੀ ਫੀਸ ਤੇ ਟੈਨਰ ਘਟ ਜਾਏਗਾ, ਤਾਂ ਕਿ ਜੋ ਸਾਰੀ ਸਟੱਡੀ ਪਿਛਲਾ ਉਹ ਵੀ ਕਵਰ ਹੋ ਜਾਏਗਾ ਤੇ ਫੀਸ ਉਹਦੀ ਬਚ ਜਾਏਗੀ ਜੀ ਜੀ। ਬਿਲਕੁਲ ਜੀ ਜੀ, ਬਿਲਕੁਲ ਆਪਸ਼ਨ ਵਧੀਆ ਆਪਸ਼ਨ ਹੈ ਸਟੂਡੈਂਟਸ ਦੇ ਲਈ ਕਿ ਜਿਹੜੇ ਜਾਣਾ ਚਾਹੁੰਦੇ ਨੇ ਦੂਸਰੇ ਇੰਸਟੀਚਿਊਟ, ਪਰ ਜੇ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਕਾਲਜ ਕਿਸੇ ਰੀਜ਼ਨ ਕਰਕੇ ਬੰਦ ਹੋ ਚੁੱਕਿਆ ਹੈ ਤੇ ਉਹ ਦੂਸਰੇ ਇੰਸਟੀਚਿਊਟ ਜਾ ਸਕਦੇ ਨੇ। ਇਸ ਤੋਂ ਨਾਲ ਉਹ ਜਿਹੜੀ ਆਪਣੀ ਕ੍ਰੈਡਿਟ ਜਿੱਦਾਂ ਤੁਸੀਂ ਦੱਸਿਆ ਕਿ ਕ੍ਰੈਡਿਟ ਟ੍ਰਾਂਸਫਰ ਜੀ ਉਹ ਲੈ ਕੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਜਿਹੜੀ ਉਹ ਫੇਸ ਨਹੀਂ ਕਰਨੀ ਪਏਗੀ। ਹਾਂਜੀ, ਇੱਕ ਦੇ ਨਾਲ ਇੱਕ ਹੋਰ ਕੁਐਸਚਨ, ਜਿਸ ਤਰ੍ਹਾਂ ਤੁਸੀਂ ਦੱਸਿਆ ਸੀਗਾ ਕਿ ਟ੍ਰੇਡ ਕੋਰਸ ਜਿਹਦਾ ਅਸੀਂ ਕੋਈ ਚੂਜ਼ ਕਰਦੇ ਆ ਤੇ ਉਹਦੇ ਲਈ ਵੀ ਕੋਈ ਫਾਈਨਾਂਸ ਜਾਂ ਕੋਈ ਫੰਡ ਵਗੈਰਾ ਦੀ ਵੀ ਜ਼ਰੂਰਤ ਅਸੀਂ ਸ਼ੋ ਕਰਨੇ ਸਾਨੂੰ ਪੈਂਦੇ ਨੇ ਉਹਦੇ ਵਾਸਤੇ? ਇਸ ਦੇ ਵਿੱਚ ਕੀ ਹੁੰਦਾ ਕੀ ਆ, ਇਹ ਜੇ ਤੁਸੀਂ ਬੈਚਲਰ ਕਰ ਰਹੇ ਸੀਗੇ ਤੇ ਤੁਸੀਂ ਆਪਣੇ ਉਸ ਦੇ ਨਾਲ ਤੁਸੀਂ ਕਿਹਾ ਮੈਂ ਟ੍ਰੇਡ ਕੋਰਸ ਦੇ ਵਿੱਚ ਐਡਮਿਸ਼ਨ ਲੈਣੀ ਚਾਹਨਾ
ਜੀ ਜਾਂ ਚਾਹੁੰਦੀ ਆ, ਜੀ ਤੁਸੀਂ ਕਿਹਾ ਕਿ ਮੈਂ ਕੁੱਕਰੀ ਜਾਂ ਆਟੋਮੈਟਿਕ ਜਾਂ ਕਿਸੇ ਵੀ ਕੋਰਸ ਟ੍ਰੇਡ ਕੋਰਸ ਵਿੱਚ ਮੈਂ ਐਡਮਿਸ਼ਨ ਲਈ, ਜੀ ਤਾਂ ਤੁਹਾਨੂੰ ਕਾਲਜ ਰਿਕੁਆਇਰਮੈਂਟ ਨਹੀਂ ਕਰੇਗਾ ਕਿ ਤੁਹਾਨੂੰ ਫੰਡਸ ਜਾਂ ਇਹ ਤੁਹਾਨੂੰ ਚਾਹੀਦੇ ਨੇ ਕਿ ਨਹੀਂ ਹੈਗੇ, ਤੁਹਾਨੂੰ ਕਾਲਜ ਥੋੜਾ ਮੰਗੇਗਾ ਨਹੀਂ, ਸਿਰਫ ਇਹ ਜੇ ਰਿਕੁਆਇਰਮੈਂਟ ਹੈ ਇਹ ਡਿਪਾਰਟਮੈਂਟ ਕੋਲ ਜਾਣ ਵਾਲੇ ਡਿਪਾਰਟਮੈਂਟ ਦੀ ਰਿਕੁਆਇਰਮੈਂਟ ਆ, ਜੀ ਤਾਂ ਤੁਹਾਨੂੰ ਲੋੜ ਨਹੀਂ ਪੈਗੀ ਬਿਨਾਂ ਫੰਡ ਤੋਂ ਤੁਹਾਡੀ ਐਡਮਿਸ਼ਨ ਤੇ ਬਿਨਾਂ ਆਇਲਸ ਤੋਂ ਵੀ ਤੁਹਾਡੀ ਐਡਮਿਸ਼ਨ ਹੋ ਸਕਦੀ ਹੈ ਦੂਜੇ ਕੋ ਟ੍ਰੇਡ ਕੋਰਸ ਦੇ ਵਿੱਚ ਜਾਂ ਕਿਸੇ ਵੀ ਕੋਰਸ ਦੇ ਵਿੱਚ। ਜੀ ਤੁਸੀਂ ਆਪਣਾ ਫਿਊਚਰ ਵਧੀਆ ਤਰੀਕੇ ਨਾਲ ਬਣਾ ਸਕਦੇ ਹੋ। ਜੀ ਮੈਨੂੰ ਅਰੁਣ ਜੀ ਇੱਕ ਸਵਾਲ ਆਇਆ, ਜਿੱਦਾਂ ਤੁਸੀਂ ਕਰ ਰਹੇ ਸੀਗੇ ਐਕਸਪਲੇਨ ਕਰ ਰਹੇ ਸੀਗੇ ਕਿ ਜਿਵੇਂ ਹਰ ਕੋਈ ਬੱਚਾ ਜਿਵੇਂ ਟ੍ਰਾਂਸਫਰ ਕਰ ਸਕਦਾ ਆਪਣਾ ਕ੍ਰੈਡਿਟ ਵੀ ਜਾਂ ਰਿਲੀਜ਼ ਲੈਟਰ, ਕਿ ਵਾਟ ਇਫ ਉਹਨਾਂ ਸਟੂਡੈਂਟਸ ਦੇ ਲਈ ਕਿ ਜਿੱਦਾਂ ਉਹ ਚੇਂਜ ਕਰਨਾ ਚਾਹੁੰਦੇ ਕੋਈ ਕੋਰਸ, ਪਰ ਉਹਨਾਂ ਦਾ ਜਿਹੜਾ ਇੰਸਟੀਟਿਊਸ਼ਨ ਜਾਂ ਕੋਈ ਯੂਨੀਵਰਸਿਟੀ ਆ ਉਹਨਾਂ ਨੂੰ ਰਿਲੀਜ਼ ਲੈਟਰ ਹੀ ਨਹੀਂ ਦੇ ਰਹੀ ਜੇ, ਤੇ ਉਹ ਕੀ ਕਰ ਸਕਦੇ ਨੇ ਇਸ ਰਿਗਾਰਡਿੰਗ? ਹੁਣ ਇਸ ਦੇ ਵਿੱਚ ਕੀ ਹੁੰਦਾ, ਜੇ ਸਟੂਡੈਂਟ ਨੇ ਆਪਣੇ 6 ਮੰਥ ਪੂਰੇ ਕਰ ਲਏ ਜੀ ਤਾਂ ਇੱਕ ਪ੍ਰਿਜ਼ਮ ਆ ਜਿਹਦੇ ਵਿੱਚ ਸੀਓਈ ਇਸ਼ੂ ਹੁੰਦੀ ਹੈ। ਜੀ ਜਦੋਂ ਵੀ ਕੋਈ ਪ੍ਰੋਵਾਈਡਰ ਪ੍ਰਿਜ਼ਮ ਦੇ ਵਿੱਚ ਐਂਟਰੀ ਪਾਏਗਾ, ਜੇ ਤੁਹਾਡਾ ਪ੍ਰਿੰਸੀਪਲ ਕੋਰਸ ਦੇ ਵਿੱਚ ਜੇ ਤੁਹਾਡੀ 6 ਮੰਥ ਪੂਰੇ ਨਹੀਂ ਹੋਏ ਜੀ। ਤਾਂ ਉਸ ਦੇ ਵਿੱਚ ਆਪਸ਼ਨ ਆਉਂਦੀ ਆ ਕੌਨਕਰੈਂਟ ਜਾਂ ਰਿਲੀਜ਼। ਜੀ ਜੇ ਤੁਹਾਡਾ ਕੋਰਸ ਇੱਕ ਸ਼ਾਰਟ ਕੋਰਸ ਹੁੰਦਾ ਸ਼ਾਇਦ, ਤੇ ਜੇ ਕੌਨਕਰੈਂਟ ਦੇ ਵਿੱਚ ਉਹ ਬੱਚਾ ਸਟੱਡੀ ਕਰਨਾ ਚਾਹੁੰਦਾ ਕਿ ਨਾਲ ਸਟੱਡੀ ਕਰਨਾ, ਜੀ। ਤਾਂ ਉਹ ਕੌਨਕਰੈਂਟ ਸਟੱਡੀ ਕਰ ਸਕਦਾ, ਪੈਰਲਲ ਸਟੱਡੀ। ਜੀ ਜੇ 6 ਮੰਥ ਪੂਰੇ ਹੋ ਚੁੱਕੇ ਨੇ ਜੀ ਫਿਰ ਉਸ ਨੂੰ ਉਹ ਆਪਸ਼ਨ ਆਉਂਦੀ ਨਹੀਂ, ਉਹ ਬੱਚਾ ਸਿੱਧਾ ਜੰਪ ਕਰ ਸਕਦਾ, ਬਟ ਉਸ ਨੂੰ ਧਿਆਨ ਰੱਖਣਾ ਪਏਗਾ ਜੀ। ਕਿ ਉਹ ਆਪਣੀ ਵੀਜ਼ਾ ਕੰਡੀਸ਼ਨ ਬ੍ਰੀਚ ਨਾ ਕਰ ਜੇ, ਆਪਣਾ ਡਾਊਨਗ੍ਰੇਡ ਸਟੱਡੀ ਨਾ ਕਰ ਲੇ। ਜੀ ਜੀ ਬਿਲਕੁਲ ਜੀ, ਥੈਂਕ ਯੂ ਅਰੁਣ ਜੀ। ਤੇ ਇਸ ਦੇ ਨਾਲ ਜੇ ਤੁਹਾਨੂੰ ਲੱਗਦਾ ਕਿ ਕੋਈ ਹੋਰ ਇਨਫੋਰਮੇਸ਼ਨ ਜੇ ਤੁਸੀਂ ਸਾਡੀ ਆਡੀਅנס ਦੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤੇ ਜੀ ਪਲੀਜ਼ ਜੀ। ਇਹ ਕੁਐਸਚਨ ਦਾ ਬਹੁਤ ਨੇ ਜੀ, ਪਹਿਲੇ ਕਿ ਸਮਾਂ ਮਿਲਦਾ ਤਾਂ ਇਜਾਜ਼ਤ ਨਹੀਂ ਦੇ ਰਿਹਾ ਹੋਊਗਾ, ਕਿਉਂਕਿ ਜੇ ਮੈਂ ਜੀ, definitely। ਅਗਲਾ ਟੌਪਿਕ ਸਟਾਰਟ ਕਰਦਾ ਤਾਂ ਉਸ ਦੇ ਵਿੱਚ ਹੀ ਕਾਫੀ ਸਮਾਂ ਹੋਰ ਲੱਗ ਜਾਏਗਾ। ਜੀ ਜੀ ਬਿਲਕੁਲ ਜੀ। ਸਾਡੀ ਆਡੀਅנס ਦੇ ਲਈ ਜੀ, ਜਿਵੇਂ ਕਿ ਤੁਸੀਂ ਅੱਜ ਸੁਣੀ ਇਨਫੋਰਮੇਸ਼ਨ ਕਿ ਕਿਵੇਂ ਤੁਸੀਂ ਆਪਣਾ ਕੋਰਸ ਚੇਂਜ ਕਰ ਸਕਦੇ ਹੋ, ਕਿਵੇਂ ਤੁਸੀਂ ਐਮਰਜੈਂਸੀ ਜਿਹੜੇ ਰਿਲੀਫ ਫੰਡ ਨੇ ਉਹਨਾਂ ਨੂੰ ਐਕਸੈਸ ਕਰਵਾ ਸਕਦੇ ਹੋ, ਤੇ ਇਸ ਦੇ ਨਾਲ ਟ੍ਰੇਡ ਕੋਰਸ ਜਿਹੜੇ ਤੁਸੀਂ ਕਿਹੜੇ-ਕਿਹੜੇ ਚੂਜ਼ ਕਰ ਸਕਦੇ ਹੋ। ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਹੋਰ ਵੀ ਕੋਈ ਜਾਣਕਾਰੀ ਚਾਹੀਦੀ ਹੈ ਤੇ ਤੁਸੀਂ ਉਹਦੇ ਰਿਗਾਰਡਿੰਗ ਸਾਡੇ ਇਮੀਗ੍ਰੇਸ਼ਨ ਐਜੂਕੇਸ਼ਨ ਜਿਹੜੇ ਐਡਵਾਈਜ਼ਰ ਨੇ ਅਰੁਣ ਬਾਂਸਲ ਜੀ, ਤੁਸੀਂ ਉਹਨਾਂ ਦੇ ਨਾਲ ਕੰਸਲਟ ਕਰ ਸਕਦੇ ਹੋ ਕਿਸੇ ਵੀ ਤਰੀਕੇ ਦੇ ਨਾਲ। ਫੋਨ ਵੀ ਹੈ ਜੀ, ਉਹਨਾਂ ਦਾ ਨੰਬਰ ਹੈ 0396021330 ਤੇ ਤੁਸੀਂ ਉਹਨਾਂ ਨੂੰ ਮਿਲ ਸਕਦੇ ਹੋ। ਐਡਰੈਸ ਹੈ ਜੀ 701/343 ਲਿਟਲ ਕਾਲਿੰਗ ਸਟਰੀਟ। ਤੇ ਥੈਂਕ ਯੂ ਸੋ ਮਚ ਅਰੁਣ ਬਾਂਸਲ ਜੀ ਸਾਡੇ ਸ਼ੋਅ ਤੇ ਆਉਣ ਵਾਸਤੇ ਤੇ ਸਾਡੀ ਆਡੀਅנס ਨੂੰ ਸੱਚਾ ਜਿਹੜੀ ਹੈਲਪਫੁਲ ਜਿਹੜੀ ਇਨਫੋਰਮੇਸ਼ਨ ਹੈ ਉਹ ਪ੍ਰੋਵਾਈਡ ਕਰਨ ਵਾਸਤੇ, ਤੇ ਸਾਡੀ ਆਡੀਅנס ਦੇ ਲਈ ਵੀ ਬਹੁਤ-ਬਹੁਤ ਧੰਨਵਾਦ ਸਾਡਾ ਪ੍ਰੋਗਰਾਮ ਦੇਖਣ ਦੇ ਲਈ ਜੀ। ਤੇ ਸਮਾਂ ਇਜਾਜ਼ਤ ਲੈਣ ਦਾ ਤੁਹਾਡੇ ਤੋਂ, ਮਿਲਦੇ ਹਾਂ ਨੈਕਸਟ ਟਾਈਮ ਤੁਹਾਡੇ ਨਾਲ ਪਰ ਇੱਕ ਡਿਫਰੈਂਟ ਟੌਪਿਕ ਨਾਲ ਜੀ। ਥੈਂਕ ਯੂ ਜੀ।